ਪਿਆਰੇ ਸਾਧ ਸੰਗਤ ਜੀਓ, ਆਪ ਸਭਨਾਂ ਨੂੰ ਹੀ ਇਸ ਬੇਗਮਪੁਰਾ ਸ਼ਹਿਰ ਕੋਨਾਓ ਦੇ ਵਿੱਚ ਸਭਨਾਂ ਨੂੰ ਜੀ ਆਇਆਂ। ਸਭਨਾਂ ਨੂੰ ਪਿਆਰ ਭਰੀ ਜੈ ਗੁਰਦੇਵ, ਨਮਸਤੇ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਆਪ ਸਭ ਨੂੰ ਕਬੂਲ ਹੋਵੇ। ਆਪ ਜੀ ਦੀ ਖਿਦਮਤ ਵਿੱਚ ਜੁੜ ਚੁੱਕਾ ਹੈ ਮਾਧੋ ਬਲਵੀਰਾ, ਬੇਗਮਪੁਰਾ ਸ਼ਹਿਰ ਕੋਨਾਓ ਦੀ ਛਤਰ ਛਾਇਆ ਹੇਠ, ਇਸ ਸ਼ਮਿਆਨੇ ਹੇਠ ਆਪਾਂ ਬਿਲਕੁਲ 1 ਘੰਟਾ ਸਤਿਗੁਰ ਜੀ ਦੀ ਉਚਾਰੀ ਹੋਈ ਬਾਣੀ ਦਾ ਆਨੰਦ ਮਾਣਾਂਗੇ। ਔਰ ਮੈਂ ਆਸ ਕਰਦਾ ਹਾਂ ਕਿ ਆਪ ਸਭ ਹੀ ਮੇਰੇ ਨਾਲ ਜੁੜੇ ਰਹੋਗੇ ਇਸ ਪ੍ਰੋਗਰਾਮ ਦੇ ਅਖੀਰ ਤੱਕ। ਮੈਂ ਵੀ ਔਰ ਤੁਸੀਂ ਵੀ ਆਪਾਂ ਸਭ ਇਕੱਠੇ ਹੋ ਕੇ ਉਸ ਪਰਮਾਤਮਾ ਦੇ ਉਚਾਰੇ ਹੋਏ ਰੂਹਾਨੀਅਤ ਮਈ ਬਾਣੀ ਨੂੰ ਸਰਵਣ ਕਰਾਂਗੇ, ਕਿਉਂਕਿ ਬਾਣੀ ਤਾਂ ਹਰ ਕੋਈ ਬੋਲਦਾ ਹੈ, ਲੇਕਿਨ ਜੋ ਬਾਣੀ ਤੁਰਕੀ ਹੁੰਦੀ ਹੈ ਉਹਦਾ ਕੁਛ ਨਹੀਂ, ਉਹਦਾ ਤਾਂ ਵਾਕਿਆ ਹੀ ਬਿਲਕੁਲ ਉਹਦਾ ਅਸਰ ਹੀ, ਉਹਦਾ ਰਸ ਹੀ, ਉਹਦਾ ਜਸ ਹੀ ਅਲੱਗ ਹੁੰਦਾ ਹੈ। ਅੱਜ 6 ਅਪ੍ਰੈਲ
ਦਿਨ ਸ਼ਨੀਵਾਰ 2024 ਸਵੇਰ ਦੇ ਕੈਨੇਡਾ ਅਮਰੀਕਾ ਦੇ ਵਿੱਚ ਅੱਧੀ ਰਾਤ ਹੋਵੇਗੀ ਔਰ ਯੂਕੇ ਦੇ ਵਿੱਚ ਯੂਰਪ ਦੇ ਵਿੱਚ ਅਜੇ ਸਵੇਰ ਦੇ 5 ਜਾਂ 6 ਵੱਜ ਚੁੱਕੇ ਹੋਏ ਹੋਣਗੇ। ਬਿਲਕੁਲ ਸੱਜਰੀ ਸਵੇਰ ਹੈ, ਚੜ੍ਹਦੀ ਸਵੇਰ ਹੈ। ਇੰਡੀਆ ਦੇ ਵਿੱਚ ਵੀ 12 ਕੁ ਦਾ ਟਾਈਮ ਹੋਏਗਾ, ਪੌਣੇ 11 ਦਾ 12 ਦਾ। ਤੋ ਇਸ ਕਰਕੇ ਜਿੱਥੇ ਜਿੱਥੇ ਵੀ ਆ ਪਿਆਰੇ ਸਰੋਤੇਜਨ ਇਸ ਬਾਣੀ ਨੂੰ ਸਰਵਣ ਕਰ ਰਹੇ ਹੋ ਔਰ ਇਸ ਬੇਗਮਪੁਰਾ ਸ਼ਹਿਰ ਕੋ ਨਾਉ ਦੇ ਅੰਦਰ ਬਿਲਕੁਲ ਰੂਹਾਨੀਅਤ ਰੂਹ ਭਰੀ ਬਾਣੀ ਦਾ ਜਸ ਕੀਤਾ ਜਾਂਦਾ ਹੈ ਔਰ ਰਸ ਵੀ ਇਸ ਵਿੱਚੋਂ ਜੋ ਮਿਲਦਾ ਹੈ ਉਹ ਕੰਨਾਂ ਵਿੱਚ ਘੁਲ ਕੇ ਆਪ ਇਨਸਾਨ ਦੇ ਰੋਮ ਰੋਮ ਦੇ ਵਿੱਚ ਜਾ ਸਮਾਉਂਦਾ ਹੈ। ਬਾਣੀ ਇੰਨੀ ਰਸ ਭਰਮਈ ਹੁੰਦੀ ਹੈ, ਰਸ ਭਰਪੂਰ ਹੁੰਦੀ ਹੈ। ਜੇ ਕੋਈ ਇਸ ਨੂੰ ਚਖਣਾ ਚਾਹੇ, ਲੇਕਿਨ ਇੱਕ ਤਰੀਕਾ ਹੁੰਦਾ ਹੈ। ਆਓ ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਕਹਿੰਦੇ ਨੇ, आज दिवस जाऊं बलिहारा, मेरे गृह आया राजा राम जी का प्यारा। अमृत वेला सतनाम चार युगों में पास, सत संतोख धन तरो कहत पे रविदास। कर एकाग्र विरत को सिमरो नित करतार, साहिब की तिस रीत का कौन कथे विस्तार। एक कड़ी सुमिरन करो, नहीं लागे कलो कलेस, सतगुर के दरबार में उज्जवल होवे बेख। मन तू ऐसी प्रीत कर, जैसे चकवी सूर, जन रविदास ब्रह्म रंगराता औगण हो सब दौर। अंतर्गत राज्य नहीं, बाहर कथे उजास, ते नर नरखे जाएंगे सतपाखे रविदास। प्रेम पंथ की पाल की, रविदास बैठे आए, साचे स्वामी मिलन को आनंद केहा न जाए। रैन गवाई सोए के, दिवस गवाया खाहे, रैन गवाई सोए कर, दिवस गवाए खाए रे। हीरा जन्म अमोल है, कौड़ी बदले जाए रे। हीरा जन्म अमोल है, कौड़ी बदले जाए रे। हाँ संत जनों, ये जो जन्म है बंदे का, ये हीरा जन्म दस्या है महापुरुषों ने, सतगुरां ने, जिन्ने भी सतगुर होए ने भगती युग दे विच, सतगुरु नामदेव, सतगुरु कबीर साहिब जी, सतगुरु रविदास महाराज जी, सतगुरु सदना जी, सैन जी, सतगुरु धन्ना जी, सतगुरु नानक साहिब जी, ਅਤੇ ਉਸ ਤੋਂ ਵੀ ਪਹਿਲਾਂ ਭਗਵਾਨ ਵਾਲਮੀਕ ਜੀ ਮਹਾਰਾਜ, ਉਸ ਤੋਂ ਵੀ ਪਹਿਲਾਂ ਮਤਲਬ ਕਿ ਪਿਛਲੇ ਸਮੇਂ ਦੌਰਾਨ ਸਤਿਗੁਰ ਹਜ਼ਰਤ ਈਸਾ ਮਸੀਹ ਜੀ ਮਹਾਰਾਜ ਜੀ ਅਤੇ ਆਦਿ ਸਭ ਸੰਤ ਜਨ, ਕਿਸੇ ਨੇ ਜੋ ਵੀ ਜਿਸ ਵੀ ਰੂਹ ਦਾ ਇਸ ਧਰਤੀ 'ਤੇ ਆਗਮਨ ਹੋਇਆ, ਸਮੇਂ-ਸਮੇਂ 'ਤੇ ਉਹਨਾਂ ਨੇ ਆਪਣੇ ਉਸ ਪਰਮਾਤਮਾ ਦੇ ਦਿੱਤੇ ਹੋਏ ਥਾਪੜੇ ਨੂੰ, ਪਰਮਾਤਮਾ ਦੇ ਦਿੱਤੀ ਹੋਈ ਕਿਤਾਬ ਨੂੰ ਪੜ੍ਹਨ ਦੇ ਲਈ ਇਸ ਸੰਸਾਰ ਦੇ ਵਿੱਚ ਭੇਜਿਆ ਕਿ ਇਸ ਕਿਤਾਬ ਨੂੰ ਪੜ੍ਹੋ ਅਤੇ ਲੋਕਾਂ ਨੂੰ ਸੁਣਾਓ ਅਤੇ ਉਹਨਾਂ ਨੂੰ ਗਿਆਨਵਾਨ ਕਰੋ। ਜਿਸ ਦੇ ਕੰਨ ਨੇ,
ਜਿਸ ਦੀਆਂ 2 ਅੱਖਾਂ ਨੇ, ਨੱਕ ਹੈ, ਮੂੰਹ ਹੈ, ਜੀਭ ਹੈ, ਹੱਥ ਨੇ, ਪੈਰ ਨੇ, ਸਰੀਰ ਹੈ, ਰੋਮ ਰੋਮ। ਸਾਰਾ ਪੰਜ ਤੱਤਾਂ ਦਾ ਬਣਿਆ ਸਰੀਰ ਨੂੰ ਉਜਾਗਰ ਕਰਨ ਦੇ ਲਈ, ਉਸੇ ਰਸਤੇ 'ਤੇ ਰੱਖਣ ਦੇ ਲਈ ਜਿੱਥੋਂ ਆਇਆ ਹੈ, ਉਸ ਆਪਣੇ ਪਿਛੋਕੜ ਨੂੰ ਚੇਤੇ ਰੱਖਣ ਲਈ ਉਹ ਬਾਰੰਬਾਰ ਆਪਣੇ ਰਾਜਦੂਤਾਂ ਨੂੰ ਇਸ ਧਰਤੀ 'ਤੇ ਭੇਜਦਾ ਹੈ। ਉਦੋਂ ਭੇਜਦਾ ਹੈ ਜਦੋਂ ਅੱਤ ਹੋ ਜਾਂਦੀ ਹੈ, ਜਦੋਂ ਬੰਦਾ ਕਬੰਦਾ ਹੋ ਜਾਂਦਾ ਹੈ, ਜਦੋਂ ਧਰਮ ਅਧਰਮ ਹੋ ਜਾਂਦੇ ਨੇ, ਜਦੋਂ ਸੂਰਜ ਪ੍ਰਕਾਸ਼ ਪਰਮ ਪਿਤਾ ਪਰਮਾਤਮਾ ਦੇ ਪ੍ਰਕਾਸ਼, ਜਿਹਨੂੰ ਕਹਿੰਦੇ, ਮੇਰਾ ਮਤਲਬ ਇਹ ਕਹਿਣ ਦਾ ਹੈ ਕਿ ਇਹ ਜਦੋਂ ਪ੍ਰਕਾਸ਼ ਬਿਲਕੁਲ ਲੋਕਾਂ ਦੇ ਅੰਦਰ ਹਨੇਰ ਵਿੱਚ ਬਦਲ ਜਾਂਦਾ ਹੈ, ਤਾਂ ਫਿਰ ਇਹ ਖਲਕਤ, ਇਹ ਸੰਸਾਰੀ ਦੁਨੀਆ, ਖਾਸ ਕਰਕੇ ਬੰਦਾ ਆਪਣੇ ਆਪ ਨੂੰ ਫਿਰ ਇਹ ਆਪਣੀ ਬੁੱਧੀ, ਜੋ ਇਸ ਦੀ ਬੁੱਧ ਹੁੰਦੀ ਹੈ, ਇਹ ਖੋ ਬੈਂਦਾ ਹੈ, ਅਸਲ ਤੋਂ ਨਕਲ ਵੱਲ ਤੁਰ ਪੈਂਦਾ ਹੈ, ਤੇਰੇ ਤੋਂ ਮੇਰੇ ਵੱਲ ਮੁੜ ਜਾਂਦਾ ਹੈ, ਤੂੰ ਮੈਂ ਦੇ ਵਿੱਚ ਫਸ ਜਾਂਦਾ ਹੈ। ਤੋ ਇਸੇ ਕਰਕੇ ਸਤਿਗੁਰਾਂ ਨੇ, ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ, ਆਪਣੀ ਬਾਣੀ ਵਿੱਚ ਉਹਨਾਂ ਨੇ ਫਰਮਾਇਆ ਹੈ, ਜੋ ਆਪਾਂ ਪਹਿਲਾਂ ਸ਼ਲੋਕ ਉਹਨਾਂ ਦੇ ਵੱਖ-ਵੱਖ ਸ਼ਬਦਾਂ ਦੇ ਵਿੱਚੋਂ ਲੈਂਦਾ ਦਾਸ, ਉਹ ਆਪਾਂ ਸਰਵਣ ਕੀਤੇ ਨੇ। ਕਿਉਂਕਿ ਇਹ ਜੋ ਪ੍ਰੋਗਰਾਮ ਹੁੰਦਾ ਹੈ, ਇਹ ਜੋ ਸਤਸੰਗ ਹੁੰਦਾ ਹੈ, ਇਹ ਰੂਹਾਨੀ ਤੁਰਕੀ ਬਾਣੀ ਆਏ, ਜਿਸ ਸਗਲੀ ਚਿੰਤ ਮਿਟਾਏ ਵਾਂਗਰ ਹੁੰਦਾ ਹੈ। ਕਿਉਂਕਿ ਇਹ ਬਾਣੀ ਹੀ ਤੁਰਕੀ ਹੈ, ਤੇ ਸਤਿਗੁਰ ਜਿਸ ਤੇ ਮਿਹਰ ਕਰੇ, ਉਸ ਦੀ ਆਤਮਾ ਨੂੰ ਵੀ ਧੁਰ ਦੇ ਨਾਲ ਮਿਲ ਦੇਵੇ, ਤਾਂ ਫਿਰ ਹੀ ਤੁਰਕੀ ਬਾਣੀ ਨੂੰ ਦੱਸਣ ਦਾ ਅਸਲੀ ਸਲੀਕਾ ਬਣਦਾ ਹੈ। ਮੈਂ ਉਹਨਾਂ ਸਭ ਹੀ ਸੰਤਾਂ, ਮਹਾਂਪੁਰਸ਼ਾਂ, ਧਰਮਾਂ ਨੂੰ, ਸਭਨਾਂ ਨੂੰ ਨਮਸਕਾਰ ਕਰਦਾ ਹਾਂ, ਜੋ ਸੱਚੇ ਸੰਤ ਨੇ, ਸੱਚੇ ਪੈਗੰਬਰ ਹੋ ਚੁੱਕੇ ਨੇ, ਔਰ ਇਸ ਧਰਤੀ 'ਤੇ ਹੈ ਵੀ ਨੇ। ਔਰ ਜਿਹੜੇ ਸੱਚੇ ਸੰਤ ਸਾਧੂ, ਚਾਹੇ ਉਹ ਸਿੱਧ ਹੈ, ਚਾਹੇ ਉਹ ਨਾਥ ਹੈ, ਚਾਹੇ ਉਹ ਸੰਨਿਆਸੀ ਹੈ, ਚਾਹੇ ਉਹ ਜੰਗਲਾਂ ਵਿੱਚ ਬੈਠੇ ਨੇ, ਚਾਹੇ ਉਹ ਡਿਗਰੀਆਂ ਕਰਦੇ ਨੇ, ਜਾਂ ਕੋਈ ਅਨਪੜ੍ਹ ਹੈ ਜਾਂ ਕੋਈ ਪੜ੍ਹਿਆ ਲਿਖਿਆ ਹੈ, ਗੱਲ ਹੈ ਚੰਗੇ ਹੋਣ ਦੀ, ਦਰੁਸਤ ਹੋਣ ਦੀ। ਜਿਸ ਨੇ ਆਪਣੀ ਆਤਮਾ ਨੂੰ ਉਸ ਪਰਮਾਤਮਾ ਦੇ ਨਾਲ ਜੋੜ ਲਿਆ, ਉਹ ਫਿਰ ਚੰਗਾ ਹੀ ਬਣਨਾ ਸ਼ੁਰੂ ਹੋ ਜਾਂਦਾ ਹੈ। ਤੋ ਬਿਲਕੁਲ ਆਪ ਜੀ ਨੇ ਜਿਵੇਂ ਸ਼ਬਦ ਵੀ ਸਰਵਣ ਕੀਤਾ ਹੈ, ਬਹੁਤ ਜਨਮ ਵਿਛੋਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਵਾਕਿਆ ਹੀ ਜਿਸ ਨੂੰ ਇਹ ਸੰਤ ਜਨੋ, ਜਿਸ ਨੂੰ ਇਸ ਜਨਮ ਦਾ ਹੀ ਨਹੀਂ ਪਤਾ ਕਿ ਮੈਂ ਕੀ ਗਲਤੀਆਂ ਕਰ ਚੁੱਕਾ ਹਾਂ, ਔਰ ਜਿਹੜੇ ਚੰਗੇ ਕਰਮ ਮਾੜੇ ਮੋਟੇ ਕੀਤੇ ਨੇ, ਉਹਦੇ ਵਿੱਚ ਬੰਦਾ ਕਿੰਨੇ ਹਉਮੈ ਜਿਤਾਉਂਦਾ ਹੈ ਕਿ ਮੈਂ ਆਹ ਕੀਤਾ ਹੈ, ਮੈਂ ਆਹ ਕਰ ਸਕਦਾ ਹਾਂ, ਮੈਂ ਫਲਾਨਾ ਹਾਂ, ਮੇਰੇ ਅੱਗੇ ਕੌਣ ਅਟਕ ਸਕਦਾ ਹੈ, ਠਹਿਰ ਸਕਦਾ ਹੈ, ਮੈਂ ਉਸ ਨੂੰ ਹਰਾ ਦਊਂਗਾ, ਮੈਂ ਉਸ ਨੂੰ, ਮਤਲਬ ਕਿ ਅਗਰ ਕੋਈ ਚੰਗਾ ਕੰਮ ਹੋ ਜਾਂਦਾ ਹੈ। ਪਰ ਜਿਹੜੇ ਮਾੜੇ ਕੰਮ ਬੰਦੇ ਤੋਂ ਹੁੰਦੇ ਨੇ, ਉਸ ਬਾਰੇ ਦੇ ਵਿੱਚ ਉਹ ਜੇ ਜਾਣਦਾ ਵੀ ਹੋਵੇ ਤਾਂ ਉਸ ਨੂੰ ਲੋਕਾਂ ਦੇ ਵਿੱਚ ਦੱਸਣਾ ਨਹੀਂ ਚਾਹੁੰਦਾ, ਆਪਣੇ ਅਵਗੁਣਾਂ ਨੂੰ ਉਹ ਦੱਸਣਾ ਨਹੀਂ ਚਾਹੁੰਦਾ। ਪਰ ਕਈ ਵਾਰੀ ਇੰਨੇ ਅਵਗੁਣ ਹੋ ਜਾਂਦੇ ਨੇ, ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਵਿੱਚ ਇੰਨੇ ਅਵਗੁਣ ਨੇ, ਔਰ ਉਹ ਭੁੱਲ ਜਾਂਦਾ ਹੈ। ਤੋ ਇਸੇ ਜਨਮ ਦੇ ਵਿੱਚ ਬੰਦੇ ਨੂੰ ਆਪਣੇ ਚੰਗੇ ਮਾੜੇਪਨ ਦਾ ਹੋਣਾ ਉਹੀ ਨਹੀਂ ਯਾਦ ਰਹਿੰਦਾ। ਤਾਂ ਸੰਤ ਜਨੋ, ਇਹ ਪਿਆਰੇ ਸਰੋਤੇ ਜਨੋ, ਮੈਨੂੰ ਦੱਸੋ, ਤੁਸੀਂ ਵੀ ਸੋਚੋ ਕਿ ਪਿਛਲੇ ਜਨਮਾਂ ਦਾ ਫਿਰ ਆਪਾਂ ਨੂੰ ਕੀ ਯਾਦ ਰਹਿ ਸਕਦਾ ਹੈ। ਹਾਂ, ਪਿਛਲੇ ਜਨਮ ਦਾ ਪਤਾ ਲੱਗ ਸਕਦਾ ਹੈ, ਪਿਛਲੇ ਜਨਮ ਦਾ ਪਤਾ ਲੱਗ ਸਕਦਾ ਹੈ। ਜੇਕਰ ਇਸ ਜਨਮ ਤੋਂ ਫਿਰ ਪਿੱਛੇ ਮੁੜ ਜਾਵੇ,
ਜੇਕਰ ਇਸ ਜਨਮ ਦਾ ਸਾਰਾ ਕੁਝ ਆਪਣਾ ਚੰਗਾ ਮਾੜਾ ਕੀਤਾ ਹੋਇਆ ਉਸ ਨੂੰ ਪਤਾ ਲੱਗ ਜਾਵੇ, ਜੇ ਇਹ ਯਾਦ ਰਹੇ ਬੰਦੇ ਨੂੰ, ਤਾਂ ਫਿਰ ਉਹ ਹੋ ਸਕਦਾ ਹੈ ਉਹ ਆਪਣੀ ਉਸ ਅਧਿਆਤਮਕਤਾ ਦੇ ਨਾਲ ਉਹ ਪਿਛਲੇ ਜਨਮ ਦੇ ਬਾਰੇ ਵਿੱਚ ਵੀ ਜਾਣ ਸਕਦਾ ਹੈ। ਜਿਵੇਂ ਕਿ ਇੱਕ ਦਰਖਤ ਹੈ, ਉਸ ਨੂੰ ਫਲ ਲੱਗਦਾ ਹੈ, ਕੋਈ ਉਸ ਫਲ ਨੂੰ ਤੋੜਦਾ ਹੈ, ਕੋਈ ਨਹੀਂ ਤੋੜਦਾ। ਜਦੋਂ ਫਲ ਲੱਗਾ ਰਹਿੰਦਾ, ਜਦੋਂ ਆਪਣਾ ਸਮਾਂ ਆਉਂਦਾ ਹੈ, ਉਹ ਪੱਕ ਕੇ ਫਿਰ ਥੱਲੇ ਡਿੱਗ ਪੈਂਦਾ ਹੈ ਔਰ ਕੁਝ ਸਮਾਂ ਪੈਣ 'ਤੇ ਉਹੀ ਫਲ ਜਿਸ ਦਰਖਤ ਤੋਂ ਡਿੱਗਿਆ ਹੁੰਦਾ ਹੈ ਉਸ ਦੇ ਨੇੜੇ ਹੀ ਉਹ ਜੰਮ ਪੈਂਦਾ ਹੈ। ਉਹ ਵੀ ਉਸੇ ਤਰ੍ਹਾਂ ਦਾ ਰੂਪ ਲੈ ਲੈਂਦਾ ਹੈ, ਬਿਲਕੁਲ ਉਸੇ ਤਰ੍ਹਾਂ ਦਾ ਰਸ, ਉਸੇ ਤਰ੍ਹਾਂ ਦਾ ਰੰਗ ਰੂਪ, ਉਹਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਆਉਂਦੀ। ਪਰ ਇਸੇ ਤਰ੍ਹਾਂ ਭਾਵ ਕਿ ਬੰਦਾ ਹੈ, ਇਹ ਪਿੱਛੇ ਸਦੀਆਂ ਤੋਂ ਸਦੀਆਂ, ਪੀੜ੍ਹੀਆਂ ਤੋਂ ਪੀੜ੍ਹੀਆਂ ਚੱਲਦਾ ਹੋਇਆ ਅੱਜ ਆਪਾਂ ਇਸ ਸਰਦਲ 'ਤੇ ਇਸ ਸਤਸੰਗ ਵਿੱਚ ਆ ਬੈਠੇ ਹਾਂ। ਇਹ ਸਭ ਖੇਲ ਉਸ ਗੋਬਿੰਦ ਦੇ ਨੇ। ਔਰ ਆਓ ਆਪਾਂ ਅੱਜ ਇੱਕ ਬਹੁਤ ਪਵਿੱਤਰ ਸ਼ਬਦ ਦੇ ਨਾਲ ਜੁੜਨ ਲਈ ਜਾ ਰਹੇ ਹਾਂ, ਕਿਉਂਕਿ ਅਸਲ ਵਿੱਚ ਇਹ ਫਾਨੀ ਸੰਸਾਰ ਆਪੋ ਆਪਣੀ ਤ੍ਰੈਗੁਣੀ ਮਾਇਆ ਦੇ ਵਿੱਚ ਮਸ਼ਰੂਫ ਰਹਿੰਦਾ ਹੈ, ਇਹਦੇ ਵਿੱਚ ਜਕੜਿਆ ਰਹਿੰਦਾ ਹੈ। ਮੋਹ ਮਾਇਆ ਰੂਪੀ ਫਲਾਂ ਮੇਵਿਆਂ ਦੇ ਵਿੱਚ, ਇਹਨਾਂ ਸਵਾਦਾਂ ਦੇ ਵਿੱਚ, ਖਾਹਿਸ਼ਾਂ ਦੇ ਵਿੱਚ ਇੰਨਾ ਖੁੱਭਿਆ ਰਹਿੰਦਾ ਹੈ ਕਿ ਉਸ ਨੂੰ ਆਪਣੀ ਸੁੱਧ ਬੁੱਧ ਦਾ ਵੀ ਪਤਾ ਹੀ ਨਹੀਂ ਰਹਿੰਦਾ, ਉਹ ਕਿੱਥੇ ਘੁੰਮ ਰਿਹਾ ਹੈ ਜਾਂ ਕਿੱਥੇ ਨਹੀਂ। ਬਸ ਆਪਣੀ ਬੁੱਧ ਨੂੰ ਇਸ ਹਉਮੈ ਦੇ ਜੰਜਾਲ ਵਿੱਚ ਇੰਨੀ ਮਗਰੂਰ ਕਰੀ ਬੈਠਾ ਰਹਿੰਦਾ ਹੈ ਕਿ ਇਸ ਬੰਦੇ ਨੂੰ ਆਪਣੇ ਆਪ ਦਾ ਫਿਰ ਪਤਾ ਨਹੀਂ ਚੱਲਦਾ ਕੀ ਤੇ ਕੀ ਕਰ ਰਿਹਾ, ਕੀ ਨਹੀਂ ਕਰ ਰਿਹਾ। ਅਤਿਆਧਿਕ ਆਪਣੀ ਬੁੱਧ ਨੂੰ ਇਹ ਬੰਦਾ ਬੁੱਧੂ ਬਣਾਈ ਕਈ ਵਾਰੀ ਬਣਾ ਲੈਂਦਾ ਹੈ, ਜਿਸ ਦਾ ਕੋਈ ਵੀ ਅੰਤ ਨਹੀਂ ਰਹਿੰਦਾ। ਇਸੇ ਕਰਕੇ ਮਾੜੀ ਬੁੱਧ ਵਾਲੇ ਬੰਦੇ, ਮਾੜੀ ਸੋਚ ਵਾਲੇ ਬੰਦੇ, ਮਾੜੀ ਮੱਤ ਵਾਲੇ ਬੰਦੇ ਇਹੋ ਹੀ ਸੋਚਦੇ ਨੇ ਕਿ ਸ਼ਾਇਦ ਉਹ ਆਪਣੀ ਬੁੱਧ ਦੇ ਬਲਬੂਤੇ ਨਾਲ ਹਰ ਇੱਕ ਫਲ ਨੂੰ ਉਹ ਤੋੜ ਸਕਦੇ ਨੇ। ਨਹੀਂ, ਮੋਹ ਮਾਇਆ ਨਾਲ ਪਰਮਾਤਮਾ ਦੇ ਅਜ਼ਰ ਅਮਰ ਭਾਵ ਕਿ ਅੰਮ੍ਰਿਤ ਫਲ, ਅਜ਼ਰ ਅਮਰ ਫਲ ਨੂੰ, ਅੰਮ੍ਰਿਤ ਰੂਪੀ ਫਲ ਨੂੰ ਇੰਨੀ ਆਸਾਨੀ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਤ੍ਰੈਗੁਣੀ ਮਾਇਆ ਦੇ ਨਾਲ ਧਰਤੀ ਤੱਕ ਸੀਮਤ ਫਲ ਤਾਂ ਪ੍ਰਾਪਤ ਬੰਦਾ ਕਰ ਸਕਦਾ ਹੈ, ਪਰ ਰੂਹਾਨੀਅਤ ਫਲ ਨਹੀਂ। ਰੂਹਾਨੀਅਤ ਫਲ ਵਾਸਤੇ ਧਰਤੀ ਤੋਂ ਬਣੇ ਸਭ ਹੀ ਨਿਰਾਧਾਰ ਪਦਾਰਥ ਬੰਦੇ ਨੂੰ ਤਿਆਗਣੇ ਪੈਂਦੇ ਨੇ। ਤੇ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਉਹ ਕਿਹੜਾ ਫਲ, ਕਿਹੋ ਜਿਹਾ, ਕਿੱਥੋਂ ਤੇ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਵੇਂ 5 ਤੱਤਾਂ ਦਾ ਇਹ ਪੁਤਲਾ ਹੈ, ਸਰੀਰ ਹੈ ਬੰਦੇ ਦਾ, ਇਸੇ ਤਰ੍ਹਾਂ 5 ਹਿਸਾਬ ਦੇ ਨਾਲ ਸਵਾਲ ਵੀ ਕੀਤੇ ਜਾਂਦੇ ਨੇ। ਇਹਨਾਂ ਚੀਜ਼ਾਂ ਤੋਂ ਕਦੋਂ, ਕਿਵੇਂ, ਕਿੱਦਾਂ, ਕੀ ਵਗੈਰਾ ਵਗੈਰਾ, ਇਹ ਸਭ ਹਰੇਕ ਤੱਤ ਦਾ ਆਪੋ ਆਪਣਾ ਇੱਕ ਕੁਐਸਚਨ ਹੈ। ਤੋ ਇਹ ਫਿਰ ਤਦੀ ਦਾਸ ਆਪ ਜੀ ਨੂੰ ਬਿਆਨ ਕਰ ਰਿਹਾ ਹੈ। ਫਿਰ ਇਹ ਕਿੱਦਾਂ, ਕਦੋਂ, ਕਿੱਥੇ, ਕਿਵੇਂ, ਕਿੰਝ ਇਹ ਫਲ ਪ੍ਰਾਪਤ, ਅੰਮ੍ਰਿਤਮਈ ਪ੍ਰਾਪਤ ਫਲ ਜੋ ਹੈ ਕੀਤਾ ਜਾ ਸਕਦਾ ਹੈ। ਅੰਮ੍ਰਿਤਮਈ ਫਲ ਜੋ ਹੈ ਇਹ ਜਿਸ ਨੂੰ ਮਿਲ ਜਾਂਦਾ ਹੈ ਉਸ ਦਾ ਜੀਵਨ ਹੀ ਸੁਧਰ ਜਾਂਦਾ ਹੈ। ਲੇਕਿਨ ਅੰਮ੍ਰਿਤਮਈ ਹੋਣਾ ਬਹੁਤ ਔਖੀ ਗੱਲ ਹੈ।
ਜ਼ਹਿਰਵਾਦੀ ਹੋਣਾ ਤਾਂ ਬੜੀ ਆਸਾਨੀ ਨਾਲ ਬੰਦਾ ਬਣ ਜਾਂਦਾ ਹੈ। ਉਹ ਭਾਵੇਂ ਨਾ ਵੀ ਕੋਸ਼ਿਸ਼ ਕਰੇ ਤਾਂ ਵੀ ਉਹ ਬੰਦਾ ਜ਼ਹਿਰ ਉਗਲਦਾ ਫਿਰਦਾ ਹੈ। ਲੇਕਿਨ ਜੇ ਕੋਈ ਕੌਣ ਹੈ ਜੋ ਅੰਮ੍ਰਿਤ ਉਗਲਦਾ ਹੋਵੇ, ਮਾਫ ਕਰਨਾ, ਅੰਮ੍ਰਿਤ ਉਛਲਦਾ ਹੋਵੇ, ਕਿਉਂਕਿ ਉਗਲਦਾ ਜ਼ਹਿਰ ਦੇ ਲਈ ਵਰਤਿਆ ਜਾਂਦਾ ਲਫ਼ਜ਼ ਹੈ। ਜੋ ਅੰਮ੍ਰਿਤ ਹੈ ਇਸ ਦੇ ਲਈ ਉਛਲਦਾ ਹੋਇਆ, ਜਿਵੇਂ ਕਿ ਫੁਆਰਾ ਉਛਲਦਾ ਹੈ, ਗਿਆਨ ਉਛਲਦਾ ਹੈ, ਕੀਤਾ ਜਾਂਦਾ ਹੈ। ਇਸ ਲਈ ਇਸ ਸੰਸਾਰ ਵਿੱਚ ਹੁਣ ਤੀਕ ਕਿੰਨੇ ਹੀ ਗਿਆਨੀ, ਧਿਆਨੀ, ਵਿਦਵਾਨ, ਸੰਤ, ਸਿੱਧ, ਸਾਧਕ, ਯੋਗੀ ਵਗੈਰਾ ਵਗੈਰਾ, ਬਾਬੇ ਕਿੰਨੇ ਆਏ ਨੇ, ਹੋ ਚੁੱਕੇ ਨੇ ਔਰ ਹੈਗੇ ਵੀ ਨੇ। ਹੈਗੇ ਵੀ ਨੇ, ਕਿਹਨਾਂ ਨੇ, ਕਿਸ ਤੇ, ਕਿਵੇਂ ਤੇ ਕਦੋਂ ਤੱਕ ਉਹਨਾਂ ਨੇ ਮਤਲਬ ਕਿ ਉਹਨਾਂ ਤੇ ਯਕੀਨ ਕੀਤਾ। ਕਿਹੜਾ ਸੱਚਾ ਹੈ, ਕਿਹੜਾ ਝੂਠਾ ਹੈ, ਕੌਣ ਜ਼ਹਿਰੀਲਾ ਹੈ, ਕੌਣ ਅੰਮ੍ਰਿਤਮਈ ਹੈ। ਸੋ ਇਸੇ ਅਜਿਹੀ ਗੁੰਝਲਤਾ ਨੂੰ, ਅਜਿਹੀ ਸ਼ਸ਼ੋਪਨ ਨੂੰ, ਇਸ ਨੂੰ ਕੱਢਣ ਦੇ ਲਈ, ਜਾਂ ਕਿ ਲਈ ਜੋ ਛਲ ਕਪਟ ਹੈ, ਜੋ ਜਾਲ ਹੈ, ਇਸ ਤੋਂ ਉੱਪਰ ਉੱਠਣ ਲਈ ਤਦ ਹੀ ਉੱਠਿਆ ਜਾ ਸਕਦਾ ਹੈ ਜਦੋਂ ਇੱਕ ਕਾਮਲ ਮੁਰਸ਼ਿਦ, ਭਾਵ ਜਿਸ ਨੂੰ ਕੋਈ ਅਸਲੀ ਸੱਚਾ ਮਾਸਟਰ ਮਿਲ ਜਾਵੇ, ਅਧਿਆਪਕ ਮਿਲ ਜਾਵੇ, ਸੱਚਾ ਸੰਤ ਜਨ ਮਿਲ ਜਾਵੇ, ਸੱਚਾ ਕਾਮਲ ਗੁਰੂ ਮਿਲ ਜਾਵੇ, ਕਾਮਲ ਮੁਰਸ਼ਿਦ ਮਿਲ ਜਾਵੇ। ਔਰ ਇਹ ਤਦ ਹੀ ਗੱਲ ਢੁੱਕਦੀ ਹੈ ਕਿ ਜੇ ਕਾਮਲ ਮੁਰਸ਼ਿਦ ਜੇ ਕੋਈ ਟੋਲਦਾ ਹੈ ਤਾਂ ਇਹ ਯਕੀਨਨ ਗੱਲ ਹੈ ਕਿ ਉਸ ਦਾ ਮੁਰੀਦ ਵੀ ਕਾਮਲ ਹੀ ਹੋਵੇਗਾ। ਮੁਰੀਦ ਬਣਨ ਦੇ ਵਿੱਚ ਕਾਮਲ ਮੁਰੀਦ ਹੋਵੇ, ਕਾਮਲ ਮੁਰਸ਼ਿਦ ਹੋਵੇ ਤਾਂ ਫਿਰ ਇਹ ਗੱਲ ਬਣਦੀ ਹੈ, ਨਹੀਂ ਤਾਂ ਗੱਲ ਨਹੀਂ ਬਣਦੀ। ਗੱਲ ਇੱਥੋਂ ਤੱਕ ਹੀ ਨਹੀਂ ਮੁੱਕ ਜਾਂਦੀ ਕਿ ਨਾਮਦਾਨ ਲੈ ਲਿਆ, ਭਜਨ ਲੈ ਲਿਆ, ਅੰਮ੍ਰਿਤ ਲੈ ਲਿਆ, ਭਾਵ ਕਿ ਵੱਖ-ਵੱਖ ਅੱਜ ਸੰਸਾਰ ਦੇ ਵਿੱਚ ਚੱਲਦਾ ਹੈ, ਬਪਤਿਸਮਾ ਲੈ ਲਿਆ, ਜਾਂ ਕੋਈ ਵੀ ਨਾਮ ਸ਼ਬਦ ਲੈ ਲਿਆ, ਸ਼ਬਦ ਲੈ ਲਿਆ। ਆਪਾਂ ਜਾਣਦੇ ਹਾਂ ਸਾਰੇ ਕਿ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਲੋਕ ਨਾਮਦਾਨ ਦਿੰਦੇ ਨੇ, ਭਜਨ ਦਿੰਦੇ ਨੇ, ਨਾਮ ਸ਼ਬਦ ਦਿੰਦੇ ਨੇ। ਹਰ ਕੋਈ ਲੈ ਤਾਂ ਲੈਂਦਾ ਹੈ, ਪਰ ਇੰਨਿਆਂ ਨੇ ਹੁਣ ਤੱਕ ਦੁਨੀਆ ਤੋਂ ਹੁਣ ਤੱਕ ਉਹਨੇ ਸ਼ਬਦ ਨਾਮ ਲੈ ਕੇ ਕਿ ਉਹ ਪਰਮਾਤਮਾ ਤੱਕ ਪਹੁੰਚ ਗਏ ਨੇ। ਹੁਣ ਤੱਕ ਤਾਂ ਕੋਈ ਵੀ ਮਤਲਬ ਕਿ ਵਿਹਲਾ ਨਹੀਂ ਸੀ ਰਹਿਣਾ ਚਾਹੀਦਾ ਜਿਹੜਾ ਕਿ ਜਿਨ੍ਹਾਂ ਨੇ ਨਾਮਦਾਨ ਲਿਆ, ਉਹ ਇਹਨਾਂ ਨਾਮ ਜਪਦਾ ਬੰਦਾ, ਤੇ ਉਹ ਫਿਰ ਰੱਬ ਦੇ ਕੋਲ ਪਹੁੰਚਣ ਤੋਂ ਫਿਰ ਉਹ ਕਿਉਂ ਨਹੀਂ ਪਹੁੰਚ ਸਕਿਆ? ਇਸ ਕਰਕੇ ਨਹੀਂ ਪਹੁੰਚ ਸਕਦਾ ਸੰਤੋ, ਕਿਉਂਕਿ ਉਸਨੇ ਉਹ ਲੈ ਤਾਂ ਲਿਆ, ਪਰ ਉਸ ਤੋਂ ਚੱਲ ਨਹੀਂ ਹੋਇਆ, ਚੱਲ ਨਹੀਂ ਹੁੰਦਾ। ਕਿਉਂਕਿ ਇਹ ਸੰਸਾਰ ਦੀਆਂ ਇਛਾਵਾਂ, ਇਹ ਸੰਸਾਰ ਦੇ ਰੰਗਲੇ ਝੇੜੇ, ਇਹ ਸੰਸਾਰ ਦੇ ਰੰਗਲੇ ਖੇੜੇ, ਇਹ ਬੰਦੇ ਨੂੰ ਜਦੋਂ ਕੋਈ ਨਾਮ ਭਜਨ ਕਰਕੇ ਥੋੜ੍ਹਾ ਜਿਹਾ ਪੌਡਾ ਚੜ੍ਹਦਾ ਹੈ ਤਾਂ ਉਸ 'ਤੇ ਫਿਰ ਤਿਲਕਣ ਜਿਹੀ ਪੈਦਾ ਕਰ ਦਿੰਦਾ ਹੈ। ਇਹ ਜਿਹੜਾ ਰੰਗਲਾ ਖੇੜਾ ਹੁੰਦਾ ਹੈ, ਤੋ ਰੰਗਲੇ ਖੇੜੇ ਹਮੇਸ਼ਾ ਹੀ ਫਿਰ ਦੁੱਖਾਂ ਦੇ ਝੇੜੇ ਬਣਦੇ ਨੇ। ਇਸੇ ਕਰਕੇ ਕਾਮਲ ਮੁਰਸ਼ਦ, ਕਾਮਲ ਮੁਰੀਦ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਕਾਮਲ ਮੁਰਸ਼ਦ ਹੋਵੇ, ਪਰ ਜੇ ਉਲਟ ਉਸ ਦੇ ਕਾਮਲ ਮੁਰੀਦ ਨਾ ਹੋਵੇ ਤਾਂ ਫਿਰ ਵੀ ਕੋਈ ਗੱਲ ਨਹੀਂ ਬਣਦੀ। ਆਪਾਂ ਸੁਣਿਆ ਹੈ ਕਿ ਹਰ ਕੋਈ ਕਾਮਲ ਮੁਰਸ਼ਿਦ ਨੂੰ ਲੱਭਦਾ ਹੈ, ਪਰ ਕੀ ਕਦੇ ਕੋਈ ਆਪਾਂ ਦੇਖਿਆ ਹੈ, ਸੁਣਿਆ ਹੈ ਕਿ ਕੋਈ ਕਾਮਲ ਮੁਰੀਦ ਨੂੰ ਲੱਭਦਾ ਹੋਵੇ? ਹਾਂ ਸੰਤੋ, ਬਿਲਕੁਲ ਜ਼ਰੂਰ, ਇਹ ਹੀਰਿਆਂ ਵਾਲੀ ਗੱਲ ਹੈ। ਜੋ ਕਾਮਲ ਮੁਰਸ਼ਿਦ ਹੁੰਦੇ ਨੇ, ਜੋ ਕਾਮਲ ਮੁਰੀਦ ਲੱਭਦੇ ਹੁੰਦੇ ਨੇ,
ਉਹ ਐਵੇਂ ਇੱਦਾਂ ਆਮ ਨਹੀਂ ਛੱਟਾ ਦਿੰਦੇ ਜਾਂਦੇ ਨਾਮਦਾਨ ਦਾ। ਉਹ ਗਿਣਤੀਆਂ ਨਹੀਂ ਵਧਾਉਂਦੇ, ਉਹ ਤਾਂ ਕਾਮਲ ਮੁਰੀਦ ਨੂੰ ਲੱਭਦੇ ਹੁੰਦੇ ਨੇ। ਤੋ ਇਸੇ ਕਰਕੇ ਕਾਮਲ ਮੁਰੀਦ ਦਾ ਹੋਣਾ ਵੀ ਜ਼ਰੂਰੀ ਹੋ ਜਾਂਦਾ ਹੈ ਜਦੋਂ ਇੱਕ ਕਾਮਲ ਮੁਰਸ਼ਿਦ ਹੋਵੇ। ਤਾਂ ਜੇ ਕਾਮਲ ਮੁਰਸ਼ਿਦ ਭਾਵ ਕਿ ਕਾਮਲ ਗੁਰੂ ਹੋਵੇ, ਸਤਿਗੁਰ ਹੋਵੇ, ਉਸ ਦੀ ਕੌਮ ਉਸ ਦਾ ਕਹਿਣਾ ਨਾ ਮੰਨਦੀ ਹੋਵੇ, ਫਿਰ ਵੀ ਉਹ ਇੱਧਰ ਉੱਧਰ ਡੱਕੇ ਡੋਲੇ ਖਾਂਦੀ ਹੋਈ ਹੁੰਦੀ ਹੋਵੇ, ਤਾਂ ਫਿਰ ਸੰਤੋ ਫਿਰ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਕਾਮਲ ਗੁਰੂ ਤਾਂ ਜ਼ਰੂਰ ਹੈ, ਪਰ ਕਾਮਲ ਮੁਰਸ਼ਿਦ ਮਾਫ ਕਰਨਾ ਮੁਰੀਦ ਨਹੀਂ। ਸਿਰਫ ਗਿਣਤੀ ਦੇ ਵਿੱਚ ਤਾਂ ਬਹੁਤ ਨਾਮਦਾਨ ਲੈ ਕੇ ਫਿਰਦੇ ਨੇ, ਪਰ ਜੋ ਉਹਨਾਂ ਦਾ ਵਿਵਹਾਰ, ਬੋਲ ਚਾਲ, ਰੰਗ ਹੋਣਾ ਚਾਹੀਦਾ ਸੀ ਉਹ ਨਹੀਂ ਹੈ। ਉਹ ਰੰਗ ਨਹੀਂ ਚੜਿਆ ਨਾਮਦਾਨ ਵਾਲਾ, ਉਹ ਰੰਗ ਨਹੀਂ ਚੜਿਆ ਭਜਨ ਬੰਦਗੀ ਵਾਲਾ। ਸਿਰਫ ਦੇਖ ਦਿਖਾਵਾ ਹੀ ਹੈ ਕਿ ਮੈਨੂੰ ਲੋਕ ਕਹਿਣਗੇ ਕਿ ਮੈਂ ਭਗਤੀ ਬਹੁਤ ਕਰਦਾ ਹਾਂ, ਮੈਂ 2-2 ਘੰਟੇ 4-4 ਘੰਟੇ 10-10 ਮਿੰਟ ਹਰ ਰੋਜ਼ ਕਰਦਾ ਹਾਂ। ਹਾਂ ਸੰਤੋ, ਭਗਤੀ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਬਸ ਮਹਾਰਾਜ ਜੀ ਕਹਿੰਦੇ ਨੇ ਕਿ 10 ਘੰਟੇ 20 ਘੰਟੇ 2 ਘੰਟੇ 4 ਘੰਟੇ ਅੱਖਾਂ ਮੀਟ ਕੇ ਬੈਠੇ ਰਹਿਣਾ, ਅੱਖਾਂ ਮੂੰਦਣਾ ਵੀ ਜ਼ਰੂਰੀ ਹੈ। ਬਸ ਉਹ ਤਾਂ 2 ਸੈਕਿੰਡ ਦੇ ਲਈ ਮੁੰਦ ਹੋ ਜਾਣ, ਬੰਦ ਹੋ ਜਾਣ ਅੱਖਾਂ, ਤਾਂ ਉਹ 2 ਸਕਿੰਟਾਂ ਦੇ ਵਿੱਚ ਹੀ ਉਸ ਪਰਮਾਤਮਾ ਨੂੰ ਪਾ ਲੈਂਦਾ ਹੈ, ਜਿਹਦੇ ਕੋਲ ਇੱਕ ਸੱਚਾ ਨਾਮ ਭਜਨ ਦਾ ਇੱਕ ਸੱਚਾ ਗੁਰਮੰਤਰ ਜਿਸ ਨੂੰ ਆਪਣੇ ਅੰਦਰੋਂ ਹੀ ਮਿਲ ਜਾਂਦਾ ਹੈ। ਨਾਮ ਭਜਨ ਉਹੀ ਹੁੰਦਾ ਹੈ, ਪਰ ਉਸ ਨੂੰ ਵਰਤਣ ਦਾ ਢੰਗ ਹਰੇਕ ਇਨਸਾਨ ਆਪਣੇ ਆਪ ਦੇ ਵਿੱਚ ਉਸ ਨੂੰ ਲੱਭ ਲੈਂਦਾ ਹੈ। ਇਹ ਸੱਚ ਹੈ ਕਿ ਸਾਰੇ ਹੀ ਇਨਸਾਨ ਉਸ ਦੇ ਉੱਪਰ ਨਹੀਂ ਚੱਲ ਸਕਦੇ। ਤੋ ਜਦ ਇੱਕ ਭਾਵ ਉੱਥੇ ਆਪਾਂ ਆ ਜਾਂਦੇ, ਜਦ ਇੱਕ ਸੱਚਾ ਸੰਤ ਖੁਦ ਵੀ ਉਸ ਬੇਗਮਪੁਰ ਭਾਵ ਤੁਰ ਦਰਗਾਹ ਦਾ ਹਾਲ ਬਿਆਨ ਕਰਦਾ ਹੋਵੇ ਤੇ ਦੂਜਿਆਂ ਨੂੰ ਵੀ ਉਹ ਸੁਨੇਹਾ ਦੇ ਕੇ ਰਸਤੇ ਦੀ ਸਾਰ ਦੇ ਸਕਦਾ ਹੋਵੇ। ਸੱਚਾ ਮੇਲ, ਸੱਚੀ ਸੰਗਤ ਕੌਣ ਕਰ ਸਕਦਾ ਹੈ, ਕਿਵੇਂ ਕਰ ਸਕਦਾ ਹੈ? ਸਮਦਰਸੀ ਸੁਨੇਹਾ ਦਿੰਦਾ ਹੈ ਜਾਂ ਵੱਖਵਾਦੀ ਸੁਨੇਹਾ ਦਿੰਦਾ ਹੈ? ਸਿਰਫ ਨਾਮਦਾਨ ਗਿਣਤੀ ਵਧਾਉਣ ਵਿੱਚ ਦਿੰਦਾ ਹੈ ਜਾਂ ਵਾਕਿਆ ਹੀ ਇਲਾਹੀ ਸ਼ਬਦ ਦੇ ਕੇ ਇਲਾਹੀ ਹੀ ਬਣਾ ਦਿੰਦਾ ਹੈ? ਭਗਵੇਂ ਚਿੱਟੇ ਰੇਖੀ ਭੇਖੀ ਚੋਲਿਆਂ ਵਿੱਚ ਦੂਜਿਆਂ ਨੂੰ ਤਾਰਨ ਦੀ ਦੁਹਾਈ ਦੇਣ ਵਾਲਾ ਹੈ ਉਹ ਮੁਰਸ਼ਿਦ? ਦੇਖਣਾ ਪਏਗਾ ਕਿ ਆਪ ਉਹ ਤਰਿਆ ਹੋਇਆ ਹੈ। ਜੇ ਤਰਿਆ ਹੋਇਆ ਹੈ ਤਾਂ ਫਿਰ ਹੀ ਦੂਜਿਆਂ ਨੂੰ ਤਾਰ ਸਕਦਾ ਹੈ। ਭਾਵ ਕਿ ਇੱਕ ਕਾਮਲ ਮੁਰਸ਼ਿਦ, ਕਾਮਲ ਗੁਰੂ, ਇੱਕ ਕਹਿ ਲਈਏ ਆਪਾਂ ਕਾਮਲ ਮਾਸਟਰ, ਪਰਫੈਕਟ ਮਾਸਟਰ ਆਪਾਂ ਕਹਿ ਲਈਏ ਜਿਹਨੂੰ, ਜੇ ਇੰਝ ਹੋਵੇ ਜੋ ਆਪਣੇ ਇੱਕ ਮਰੀਦ ਨੂੰ, ਆਪਣੇ ਚੇਲੇ ਨੂੰ, ਆਪਣੇ ਦਾਸ ਨੂੰ, ਆਪਣੇ ਨੌਕਰ ਨੂੰ ਸੱਚ, ਸਮ ਤੇ ਪਰਮ ਦਾ ਪ੍ਰਸਾਦ ਬਖਸ਼ ਦੇਵੇ, ਫਲ ਬਖਸ਼ਿਸ਼ ਕਰ ਦੇਵੇ। ਇਹੋ ਜਿਹਾ ਜੋ ਪ੍ਰਸਾਦ ਬਖਸ਼ਿਸ਼ ਕਰਨ ਵਾਲਾ ਸੰਤ ਹੁੰਦਾ ਹੈ, ਕਾਮਲ ਮੁਰਸ਼ਿਦ ਹੁੰਦਾ ਹੈ, ਉਹੀ ਆਪਣੇ ਮਰੀਦ ਨੂੰ ਸਿੱਧੇ ਤੇ ਸੱਚੇ ਰਸਤੇ ਤੇ ਪਾ ਦਿੰਦਾ ਹੈ ਤੇ ਸਦਾ ਲਈ ਫਿਰ ਉਹ ਭਲੇ ਦਾ ਗਿਆਨ ਦਿੰਦਾ ਜਾਂਦਾ ਹੈ, ਬਣਦਾ ਜਾਂਦਾ ਹੈ। ਆਪਣੇ ਗੁਰੂ ਦੀ ਮਹਿਮਾ ਆਪਣੇ ਗਿਆਨ ਦੇ ਜ਼ਰੀਏ ਦੁਨੀਆ ਵਿੱਚ, ਸੰਸਾਰ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਨੂੰ ਉਹ ਗਿਆਨ ਦਿੰਦਾ ਜਾਂਦਾ ਹੈ। ਇਹ ਗਿਆਨ ਤਦ ਹੀ ਹੋ ਸਕਦਾ ਹੈ ਜਦ ਸੱਚੇ ਮਾਲਕ ਦੇ ਨਾਲ ਸੁਮੇਲ ਹੋ ਜਾਂਦਾ ਹੈ, ਮੇਲ ਹੋ ਜਾਂਦਾ ਹੈ ਉਸ ਦੇ ਨਾਲ। ਤੇ ਇਹ ਜਿਹੜਾ ਸੱਚਾ ਮਾਲਿਕ ਸੱਚੇ ਸੰਤਾਂ ਦੇ ਅੰਦਰ ਹੀ ਹੋ ਸਕਦਾ ਹੈ। ਜੋ ਸੱਚਾ ਇਨਸਾਨ ਹੁੰਦਾ ਹੈ ਉਸ ਦੇ ਅੰਦਰ ਹੀ ਹੋ ਸਕਦਾ ਹੈ, ਨਾ ਕਿ ਤ੍ਰੈ ਗੁਣੀ ਮਾਇਆ ਦੇ ਵਿੱਚ ਫਸੇ ਇਹ ਮਨ ਨੂੰ
ਉਹ ਸਾਧਕਾਂ ਨੂੰ, ਉਹ ਯੋਗੀਆਂ ਨੂੰ, ਉਹ ਸਿੱਧਾਂ ਨੂੰ, ਉਹ ਨਾਥਾਂ ਨੂੰ, ਉਹ ਉਦਾਸੀਆਂ ਨੂੰ, ਉਹਨਾਂ ਦੇ ਜੋ ਅੰਦਰ ਜੋ ਇਹੋ ਜਿਹੀ ਤ੍ਰੈਗੁਣੀ ਮਾਇਆ ਦੀ ਤਪਸ਼ ਹੈ, ਉਹਨਾਂ ਨੂੰ ਉਸ ਤਪਸ਼ ਦੇ ਨਾਲ ਪਿਆਸ ਲੱਗਦੀ ਹੈ ਤ੍ਰੈਗੁਣੀ ਮਾਇਆ ਦੀ, ਤਾਂ ਫਿਰ ਹੀ ਇਹ ਸੱਚੇ ਸੰਤ ਦੀ, ਉਹ ਸੱਚੇ ਸੰਤ ਦੀ ਭਾਵ ਸੁਮੇਲ ਰਾਹੀਂ ਪ੍ਰਭੂ ਦੀ ਪ੍ਰਾਪਤੀ ਨੂੰ ਸਮਝਣ ਦੇ ਲਈ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ, ਸਤਿਗੁਰ ਕਬੀਰ ਸਾਹਿਬ ਜੀ ਨੇ, ਸਤਿਗੁਰ ਨਾਮਦੇਵ ਜੀ ਨੇ, ਸਤਿਗੁਰ ਬਾਬਾ ਧੰਨਾ ਜੀ ਨੇ ਆਦਿ ਆਦਿ ਸਭ ਸੰਤ ਜਨਾਂ ਨੇ ਭਗਤੀ ਲਹਿਰ ਦੇ ਵਿੱਚ ਬੇਅੰਤ ਬਾਣੀ ਉਚਾਰ ਦਿੱਤੀ। ਇੱਥੋਂ ਤੱਕ ਬਾਬਾ ਫਰੀਦ ਜੀ ਨੇ 11ਵੀਂ ਸਦੀ ਦੇ ਵਿੱਚ, 12ਵੀਂ ਸਦੀ ਦੇ ਵਿੱਚ ਜਦੋਂ ਉਹਨਾਂ ਨੇ ਪ੍ਰਗਟ ਧਾਰਿਆ, ਉਹਨਾਂ ਦੀ ਕਿੰਨੀ ਬਾਣੀ ਹੈ, ਬੇਅੰਤ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਲੋਕ ਨੇ, 4 ਸ਼ਬਦ ਨੇ, 130 ਉਹਨਾਂ ਦੇ ਸ਼ਲੋਕ ਨੇ। ਆਪਾਂ ਇਸ ਬਾਰੇ ਵਿੱਚ ਕੱਲ੍ਹ ਜ਼ਰੂਰ ਸੰਡੇ ਹੈ, ਕੱਲ੍ਹ ਨੂੰ ਆਪਾਂ ਜ਼ਰੂਰ ਵਿਚਾਰ ਉਹਨਾਂ ਦਾ ਜੋ ਜਨਮ ਦਿਹਾੜੇ 4 ਅਪ੍ਰੈਲ ਨੂੰ ਸੀ, ਉਹ ਆਪਾਂ ਇਸ ਉਰਸ 'ਤੇ ਆਪਾਂ ਸੰਡੇ ਨੂੰ ਉਹਨਾਂ ਨੂੰ ਨਤਮਸਤਕ ਹੋਵਾਂਗੇ, ਉਹਨਾਂ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਲਵਾਂਗੇ। ਤੋਂ ਭਾਵ ਜਿੰਨਾ ਵੀ ਇਹ ਭਗਤੀ ਯੁੱਗ ਸ਼ੁਰੂ ਹੋਇਆ, ਸਤਿਗੁਰੂ ਨਾਨਕ ਸਾਹਿਬ ਜੀ ਨੇ ਇਸ ਭਗਤੀ ਯੁੱਗ ਤੋਂ ਹੀ ਪ੍ਰਭਾਵਿਤ ਹੋ ਕੇ ਅੱਗੇ ਸਤਿਨਾਮ ਦਾ ਗੁਰਮੰਤਰ ਲੈ ਕੇ ਭਗਤੀ ਯੁੱਗ ਉਹਨਾਂ ਭਗਤਾਂ ਤੋਂ, ਉਹਨਾਂ ਪ੍ਰੇਮੀਆਂ ਨੂੰ, ਉਹਨਾਂ ਆਸ਼ਿਕਾਂ ਤੋਂ ਸਤਿਨਾਮ ਦਾ ਲਿਆ। ਭਗਤ ਦਾ ਮਤਲਬ ਅਸਲ ਸੰਤੋ, ਬੇਸ਼ੱਕ ਅਸੀਂ ਜਿੰਨੇ ਮਰਜ਼ੀ ਕੋਟੇਸ਼ਨ ਕਮਾ ਲਈਏ, ਲਓ ਜੀ ਭਗਤ ਦਾ ਮਤਲਬ ਆਹ ਹੁੰਦਾ ਜੇ ਉਹ ਇੱਦਾਂ ਇੱਦਾਂ ਇੱਦਾਂ, ਕਲੀਅਰ ਕਟ ਸ਼ਬਦਾਂ ਵਿੱਚ ਸਮਝ ਲਵੋ। ਮੈਂ ਵੀ ਇਸੇ ਛਛੋ ਪੰਜ ਵਿੱਚ ਹੁਣ ਤੱਕ ਭਟਕਿਆ ਰਿਹਾ ਕਿ ਭਗਤ ਹੁੰਦਾ ਕੀ ਆ। ਲੋਕ ਭਗਤ ਨੂੰ ਹੀਣ ਸ਼ਬਦ ਨਾਲ, ਹੀਣ ਭਾਵਨਾ ਦੇ ਨਾਲ ਬਿਆਨ ਕਰਦੇ ਨੇ। ਜਿਹੜੇ ਵੱਡੇ ਧਰਮੀ ਨੇ ਆਪਣੇ ਆਪ ਨੂੰ ਕਹਾਉਂਦੇ ਨੇ ਗਿਆਨੀ, ਪੜ੍ਹੇ ਲਿਖੇ ਬੰਦੇ, ਲੇਕਿਨ ਉਹਨਾਂ ਨੇ ਆਪਣੇ ਆਪ ਨੂੰ ਭਗਤ ਕਿਉਂ ਕਿਹਾ ਹੈ? ਉਹਨੇ ਭਗਤੀ ਯੁੱਗ ਦੀ ਲਹਿਰ ਕਿਉਂ ਲਿਆਂਦੀ ਹੈ? ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਗਤ ਤੋਂ ਭਾਵ ਹੈ ਪ੍ਰੇਮ। ਉਹ ਪ੍ਰੇਮ, ਇਹੋ ਜਿਹਾ ਆਸ਼ਿਕ ਜੋ ਕਿ ਜਿਵੇਂ ਕਿ ਇੱਕ ਔਰਤ ਔਰ ਬੰਦਾ ਇੱਕ ਦੂਜੇ ਦੇ ਨਾਲ ਵਿਆਹੇ ਜਾਂਦੇ ਨੇ, ਫਿਰ ਨਾ ਔਰਤ ਬੰਦੇ ਤੋਂ ਬਿਨਾਂ ਰਹਿੰਦੀ ਹੈ ਅਤੇ ਨਾ ਹੀ ਬੰਦਾ ਔਰਤ ਤੋਂ ਬਿਨਾਂ ਰਹਿੰਦਾ। ਭਾਵ ਕਿ ਉਹਨਾਂ ਦਾ ਪਿਆਰ ਹੀ ਆਪਸ ਵਿੱਚ ਇੰਨਾ ਹੋ ਜਾਂਦਾ ਹੈ। ਜਦੋਂ ਇੰਨਾ ਪਿਆਰ ਹੋ ਜਾਂਦਾ ਹੈ, ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਬਾਣੀ ਵਿੱਚ ਆਪਾਂ ਨੂੰ ਦੱਸਿਆ ਇੱਕ ਸ਼ਬਦ ਦੇ ਵਿੱਚ, 100 ਕੀ ਸਾਰ ਸੁਹਾਗਣ ਜਾਣੇ, ਤਜ ਅਭਿਮਾਨ ਸੁਖ ਰਲਿਆ ਮਾਨੇ, ਤਨ ਮਨ ਦੇ ਨ ਅੰਤਰ ਰਾਖੇ, ਅਵਰ ਦੇਖਨ ਸੁਨੇ ਪਾਖੇ, ਸੋ ਕਤ ਜਾਣੇ ਪੀਰ ਪਰਾਈ, ਜਾ ਕੇ ਅੰਤਰ ਦਰਦ ਨ ਪਾਈ। ਗੱਲ ਟੁਕਮੇ ਆ ਗਈ। ਜਿਸ ਦੇ ਅੰਦਰ ਸੰਤੋ ਦਰਦ ਨਹੀਂ ਹੈ, ਜਿਸ ਦੇ ਅੰਦਰ ਪਿਆਰ ਨਹੀਂ ਹੈ, ਜਿਸ ਦੇ ਅੰਦਰ ਉਹ ਖਿੱਚ ਨਹੀਂ ਹੈ, ਤਾਂ ਸਮਝੋ ਉਹ ਚਾਹੇ ਆਪਣੇ ਆਪ ਨੂੰ ਗੁਰੂ ਬਣ ਕੇ ਬਹਿ ਜਾਵੇ, ਜਾਂ ਉਹ ਆਪਣੇ ਆਪ ਨੂੰ ਨਾਮਦਾਨ ਦੇਣ ਵਾਲਾ ਬਹਿ ਜਾਵੇ, ਬਣ ਕੇ ਸੰਤ ਬਣ ਜਾਵੇ, ਬਾਬਾ ਬਣ ਜਾਵੇ, ਸਿੱਧ ਹੋ ਜਾਵੇ, ਨਾਥ ਬਣ ਜਾਵੇ, ਕੋਈ ਵੀ ਕੁਛ ਵੀ ਬਣ ਜਾਵੇ, ਤਾਂ ਉਹ ਸੱਚਾ ਆਸ਼ਿਕ, ਸੱਚਾ ਪ੍ਰੇਮੀ ਨਹੀਂ ਬਣ ਸਕਦਾ। ਇਸੇ ਕਰਕੇ ਭਗਤ ਤੋਂ ਕਲੀਅਰ ਕੱਟ ਲਫ਼ਜ਼ਾਂ ਵਿੱਚ, ਸ਼ਾਰਟਕਟ ਵੈਰੀ ਬਰੀਫਲੀ ਇਹੀ ਹੀ ਮੰਨਿਆ ਕਿਹਾ ਜਾ ਸਕਦਾ ਹੈ ਮਾਧੋ ਬਲਵੀਰਾ ਵੱਲੋਂ, ਜਿੰਨੇ ਕਿ ਮੇਰੇ ਇਸ ਬੁੱਧ ਨੇ, ਇਸ ਮੱਤ ਨੇ, ਉਸ ਪਰਮਾਤਮਾ ਨੇ ਮੈਨੂੰ ਸਮੱਤ ਦੇ ਕੇ ਸੋਝੀ ਦਿੱਤੀ ਹੈ ਕਿ ਅਸਲ ਭਗਤ ਦਾ ਮਤਲਬ ਸੱਚਾ ਆਸ਼ਿਕ, ਪ੍ਰੇਮੀ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹੀ ਪ੍ਰਭ ਪਾ ਸਕਦੇ ਨੇ। ਬਾਕੀ ਕਿਤਾਬਾਂ ਵਾਲੇ ਜਾਂ ਸ਼ਾਮ ਸਵੇਰੇ ਨਹਾਉਣ ਧੋਣ ਵਾਲੇ, ਲੋਕਾਂ ਨੂੰ ਦਿਖਾਉਣ ਵਾਲੇ, ਉਹ ਨਹੀਂ ਪਾ ਸਕਦੇ। ਮਾਫ ਕਰਨਾ, ਜੋ ਇਹ ਬਾਣੀ ਵਿੱਚ ਹੈ ਉਹੀ ਆਪ ਜੀ ਨੂੰ ਦੱਸ ਰਿਹਾ ਹਾਂ। ਤੋ ਇਸੇ ਕਰਕੇ ਸਤਿਗੁਰ ਮਹਾਂਪੁਰਸ਼ ਸਤਿਗੁਰ ਨਾਮਦੇਵ ਜੀ, ਸਤਿਗੁਰ ਕਬੀਰ ਸਾਹਿਬ ਜੀ, ਸਤਿਗੁਰ ਰਵਿਦਾਸ ਮਹਾਰਾਜ ਜੀ, ਭਗਵਾਨ ਵਾਲਮੀਕ ਜੀ, ਜੋ ਕਿ ਉਹ ਤਾਂ ਬਹੁਤ ਪਹਿਲਾਂ ਆ ਚੁੱਕੇ ਨੇ, ਤੋ ਹੋਰ ਸਭ ਮਹਾਂਪੁਰਸ਼, ਧੰਨਾ ਜੀ, ਸਤਿਗੁਰੂ ਨਾਨਕ ਸਾਹਿਬ ਜੀ, ਉਹ ਮਤਲਬ ਕਿ ਸਭ ਜਨ, ਇਹਨਾਂ ਨੇ ਆਣ ਕੇ ਇੱਕ ਇਹੋ ਜਿਹਾ ਬੀੜਾ ਚੁੱਕਿਆ
ਔਰ ਇਹਨਾਂ ਨੇ ਜੋ ਇਹ ਬੀੜਾ ਚੁੱਕਿਆ ਇਸ ਨੂੰ ਭਾਲ ਲਾਇਆ ਔਰ ਨਾਨਕ ਨੇ ਇਸ ਬੀੜੇ ਨੂੰ ਅਖੀਰ ਵਿੱਚ ਸਾਂਭਿਆ। ਔਰ ਜੇ ਕੋਈ ਹਾਲੇ ਵੀ ਉਹਨਾਂ ਸੱਚਾ ਸੌਦਾ ਕਰਨ ਤੇ ਦੇਣ ਤੇ ਬਖਸ਼ਿਸ਼ਾਂ ਕਰਨ ਵਾਲਿਆਂ ਨੂੰ ਇਹ ਕਹਿਣ ਕਿ ਲੈ ਵੀ ਅਸੀਂ ਤਾਂ ਭਗਤੀ ਕਹਿਣਾ, ਨਹੀਂ, ਇਹ ਉਹ ਉਹਨਾਂ ਮਨਾਂ ਦੀ ਮੂਰਖਤਾ ਵਾਲੀ ਗੱਲ ਹੈ, ਨਾ ਸਮਝੀ ਦੀ ਗੱਲ ਹੁੰਦੀ ਹੈ ਜਿਹੜੇ ਇਸ ਤਰ੍ਹਾਂ ਕਰਦੇ ਨੇ। ਕਿਉਂਕਿ ਬਾਣੀ ਤਾਂ ਸਾਨੂੰ ਪ੍ਰੇਮ ਕਰਨਾ, ਪ੍ਰੇਮ ਨਾਲ ਬੋਲਣਾ, ਪ੍ਰੇਮ ਨਾਲ ਆਦਰ ਕਰਨਾ ਸਾਰਿਆਂ ਦਾ ਔਰ ਕਰਾਉਣਾ ਦੱਸਦੀ ਹੈ। ਜੇ ਅਸੀਂ ਇਸ ਦੇ ਉੱਪਰ ਨਹੀਂ ਚੱਲਦੇ ਤਾਂ ਫਿਰ ਭਾਵੇਂ ਅਸੀਂ ਜਿੰਨੇ ਵੀ ਮਰਜ਼ੀ ਰੇਖ ਪੇਖ ਹੋ ਜਾਈਏ, ਭਾਵ ਕਿ ਬਾਣੇ ਪਾ ਲਈਏ, ਨਹੀਂ, ਕੁਛ ਨਹੀਂ ਬਣਦਾ। ਚਾਹੇ ਤੁਸੀਂ ਸਿਰ 'ਤੇ ਟੋਪੀ ਰੱਖ ਲਓ। ਦੇਖੋ ਮੁਸਲਮਾਨ ਟੋਪੀ ਰੱਖਦੇ ਨੇ, ਅਸੀਂ ਕਿਉਂ ਉਹਨਾਂ ਨੂੰ ਮਾੜੇ ਕਹੀਏ? ਉਹ ਬੰਦੇ ਲਈ ਮਾੜੀ ਗੱਲ ਹੋਏਗੀ ਵੀ ਇਸ ਦੀ ਟੋਪੀ ਇੱਦਾਂ ਆ, ਉਹਦੀ ਟੋਪੀ 'ਤੇ ਨੁਕਤਾਚੀਨੀ ਕਰੇ। ਨਹੀਂ, ਜਿੱਦਾਂ ਵੀ ਕਿਸੇ ਦਾ ਮਨ ਪਾਉਂਦਾ ਹੈ ਉਹਨਾਂ ਨੂੰ ਉਸੇ ਤਰ੍ਹਾਂ ਚੰਗਾ ਲੱਗਦਾ ਹੈ। ਟੋਪੀ ਵੀ ਠੀਕ ਹੈ। ਔਰ ਜਿਹੜੇ ਬ੍ਰਾਹਮਣ ਲੋਕ ਉਸ ਸਮੇਂ ਵਿੱਚ ਟਿੱਕਾ ਲਾਉਂਦੇ ਨੇ ਉਹ ਵੀ, ਉਹਨਾਂ ਨੂੰ ਵੀ ਠੀਕ ਹੈ। ਕਿਉਂ? ਗੱਲ ਹੈ ਚੰਗੇ ਹੋਣ ਦੀ, ਗੱਲ ਹੈ ਪ੍ਰੇਮ ਕਰਨ ਵਾਲੇ ਦੀ। ਇਹ ਨਹੀਂ ਕਿ ਹਾਂ, ਜੇ ਤੁਹਾਡੇ ਸਿਰ 'ਤੇ ਨਾਨਕ ਸਾਹਿਬ ਜੀ ਨੇ ਪਹਿਲਾਂ ਸੁਲੇਮਾਨ ਟੋਪੀ ਪਹਿਨੀ, ਪਹਿਲੀਆਂ ਜਿਹੜੀਆਂ ਫੋਟੋ ਗੁਰੂ ਨਾਨਕ ਸਾਹਿਬ ਜੀ ਦੀਆਂ ਉਹ ਟੋਪੀ ਦੇ ਨਾਲ ਹੀ ਮਿਲਦੀਆਂ ਨੇ। ਖੈਰ, ਤੋਂ ਭਾਵ ਇਹੀ ਹੈ ਕਿ ਸਤਿਗੁਰਾਂ ਨੇ ਇਹ ਬਾਣੀ ਰਚ ਕੇ ਆਪਾਂ ਨੂੰ ਇੱਕ ਮੈਸੇਜ ਛੱਡ ਦਿੱਤਾ ਹੈ ਕਿ ਇਨਸਾਨ ਪੀੜ੍ਹੀਆਂ ਦਰ ਪੀੜ੍ਹੀਆਂ ਜਦੋਂ ਵੀ ਆਵੇਗਾ ਇਸ ਬਾਣੀ ਨੂੰ ਪੜ੍ਹੇਗਾ ਤੇ ਜੇ 100 ਚੋਂ 99, 100 ਨਹੀਂ ਲੇਕਿਨ ਇੱਕ ਤਾਂ ਜ਼ਰੂਰ ਜਾਣੇਗਾ ਨਾ, 99 ਤਾਂ ਨਹੀਂ ਜਾਣਨਗੇ। ਤੋ ਇਸੇ ਕਰਕੇ ਆਓ ਸੰਤ ਜਨੋ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅੱਜ ਆਪਾਂ ਸਾਂਝੀ ਕਰਦੇ ਹਾਂ। ਕਿਉਂਕਿ ਸ਼ਬਦ ਆਪਾਂ ਬਿਲਕੁਲ ਬਰੀਫਲੀ ਰੱਖਾਂਗੇ ਔਰ ਇਸੇ ਕਰਕੇ ਜੋ ਭਾਵਨਾ ਆਪ ਜੀ ਨੂੰ ਪਹਿਲਾਂ ਦੱਸੀ ਹੈ ਇਹੀ ਉਹ ਸ਼ਬਦ ਦੇ ਵਿੱਚ ਮਿਲਦੇ ਹੈ। ਤੋ ਬਿਲਕੁਲ ਆਓ ਆਪਾਂ ਅੱਜ ਇੱਕ ਰੂਹਾਨੀ ਸ਼ਬਦ ਦੇ ਨਾਲ ਜੁੜਦੇ ਹਾਂ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਉਚਾਰਿਆ ਹੋਇਆ, ਜੋ ਕਿ ਉਹਨਾਂ ਦੀ ਬਾਣੀ ਦੇ ਵਿੱਚੋਂ ਵੱਖ-ਵੱਖ ਲਿਟਰੇਚਰ ਦੇ ਵਿੱਚੋਂ ਮਿਲਦਾ ਹੈ। ਬਾਣੀ ਅਸਲ ਵਿੱਚ ਇਹ ਸੰਤੋ ਅਸਲ ਵਿੱਚ ਗੱਲ ਸਮਝਦੀ ਹੈ। ਉਹੀ ਇੱਕ ਬੱਚਾ ਇੱਕ ਬੜੀ ਪਿਆਰੀ ਤੋਤਲੀ ਆਵਾਜ਼ ਵਿੱਚ ਇੱਕੋ ਹੀ ਸ਼ਬਦ ਬੋਲ ਦੇਵੇ ਤਾਂ ਸਾਰੇ ਹੀ ਉਸ ਦੇ ਵੱਲ ਮੋਹਤ ਹੋ ਜਾਂਦੇ ਨੇ, ਬੱਲੇ ਉਸ ਬੱਚੇ ਨੂੰ ਪਿਆਰ ਕਰਨ ਲੱਗ ਪੈਂਦੇ ਨੇ। ਪਰ ਜੇ ਇੱਕ ਬੰਦਾ ਉਸੇ ਸ਼ਬਦ ਨੂੰ ਬੋਲੇ ਤਾਂ ਉਹਦੇ ਵਿੱਚ ਔਰ ਬੱਚੇ ਦੇ ਸ਼ਬਦ ਦੇ ਵਿੱਚ ਬੜਾ ਫਰਕ ਹੁੰਦਾ ਹੈ। ਬੱਚੇ ਦੇ ਸ਼ਬਦ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ, ਅਟਰੈਕਸ਼ਨ ਬਹੁਤ ਹੁੰਦੀ ਹੈ, ਲੇਕਿਨ ਬੰਦੇ ਦੇ ਉਸ ਬੋਲ ਦੇ ਵਿੱਚ ਬੜੀ ਹੀ ਹੀਣਤਾ ਭਾਵਨਾ ਹੁੰਦੀ ਹੈ, ਬੜਾ ਹੀ ਜੋਸ਼ੀਲਾ ਜਿਹਾ, ਬੜਾ ਹੀ ਉਹ ਕੀ ਕਹੀਏ ਲੀਕਾਂ ਵਾਲਾ ਜਿਹਨੂੰ ਕਹ ਲਈਏ, ਉਹ ਜਿਹੜਾ ਲਕੀਰਾਂ ਦੇ ਨਾਲ ਮਤਲਬ ਕਿ ਸਕ੍ਰੈਚਿੰਗ ਮਤਲਬ ਕਿ ਵਾਲੀ ਆਵਾਜ਼ ਉਸ ਦੀ ਹੋ ਜਾਂਦੀ ਹੈ। ਤੋ ਬੜਾ ਫਰਕ ਹੈ। ਗੱਲ ਇਹੀ ਹੈ, ਅਗਰ ਪਰਮਾਤਮਾ ਦੇ ਸਾਹਮਣੇ ਬੰਦਾ ਬੱਚਾ ਬਣ ਜਾਵੇ ਜੋ ਇਹ ਸਮਝੇ ਕਿ ਮੈਨੂੰ ਕੁਛ ਨਹੀਂ ਪਤਾ, ਚਾਹੇ ਉਹ ਅੱਗ ਵੱਲ ਜਾ ਰਿਹਾ ਹੈ, ਉਸ ਨੂੰ ਨਹੀਂ ਪਤਾ ਕਿ ਅੱਗ ਵਿੱਚ ਜਲ ਜਾਊਂਗਾ, ਉਸ ਨੂੰ ਨਹੀਂ ਪਤਾ ਖੂਹ ਵਿੱਚ ਡਿੱਗ ਜਾਵਾਂਗਾ, ਨਹੀਂ, ਲੇਕਿਨ ਬੰਦੇ ਨੂੰ ਪਤਾ ਹੈ, ਬੰਦੇ ਨੇ ਇਹ ਚੀਜ਼ਾਂ ਦੇਖੀਆਂ ਨੇ। ਫਰਕ ਇੰਨਾ ਕੀ ਹੈ, ਇਹ ਸਭ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਵਾਲੀ ਗੱਲ ਹੈ। ਪ੍ਰੇਮ ਪੰਥ ਕੀ ਪਾਲਕੀ ਰਵਿਦਾਸ ਬੈਠਿਓ ਆਏ, ਸਾਚੇ ਸੁਆਮੀ ਮਿਲਨ ਕੋ ਆਨੰਦ ਕਿਹਾ ਨਾ ਜਾਏ। ਗੱਲ ਹੈ ਪ੍ਰੇਮ ਪਾਲਕੀ ਦੇ ਵਿੱਚ ਕੋਈ ਬਿੰਦਾ ਹੈ। ਪ੍ਰੇਮ ਪਾਲਕੀ, ਪ੍ਰੇਮ ਪੰਥ ਕੀ ਪਾਲਕੀ, ਪ੍ਰੇਮ ਪੰਥ ਭਾਵ ਕਿ ਜਿਹੜਾ ਸਰੀਰ ਹੈ ਇਹ ਪਾਲਕੀ ਹੈ, ਇਹ ਚੁੱਕੀ ਫਿਰਦਾ। ਪ੍ਰੇਮ ਪੰਥ ਕੀ ਪਾਲਕੀ ਰਵਿਦਾਸ ਬੈਠਿਓ ਆਏ, ਇਸ ਵਿੱਚ ਰਵਿਦਾਸ ਬੈਠਾ ਹੈ। ਸਾਚੇ ਸੁਆਮੀ ਮਿਲਨ ਕੋ ਆਨੰਦ ਕਿਹਾ ਨਾ ਜਾਏ, ਸੱਚਾ ਸੁਆਮੀ ਦੇਖ ਵੀ ਲਿਆ ਪੂਰੀ ਤਰ੍ਹਾਂ, ਫਿਰ ਵੀ ਕਹਿੰਦੇ ਨੇ ਫਿਰ ਵੀ ਮੈਨੂੰ ਰੱਜ ਨਹੀਂ ਆਉਂਦਾ।
साचे स्वामी मिलन को आनंद किहा ना जाए। तो आओ संतो, ਜਿਸ ਦੇ ਕੋਲ ਪ੍ਰੇਮ ਪੰਥ ਦਾ ਰਸਤਾ ਹੋਵੇ, ਪ੍ਰੇਮ ਪੰਥ ਦਾ ਫਾਰਮੂਲਾ ਹੋਵੇ, ਪ੍ਰੇਮ ਪੰਥ ਦਾ ਗੁਰਮੰਤਰ ਹੋਵੇ, ਤਾਂ ਉਹੀ ਬੰਦਾ ਅੱਗੇ ਚੱਲ ਸਕਦਾ ਹੈ। ਉਹੀ ਬੰਦਾ ਖੂਨ ਨਹੀਂ ਬਹਾ ਸਕਦਾ, ਉਹੀ ਬੰਦਾ ਹਰ ਇੱਕ ਨੂੰ ਪਿਆਰ ਕਰ ਸਕਦਾ ਹੈ। ਉਹੀ ਬੰਦਾ ਜਾਤ ਪਾਤ ਤੋਂ ਬਿਨਾਂ ਸਭ ਨੂੰ ਪਿਆਰ ਕਰ ਸਕਦਾ ਹੈ। ਉਹੀ ਬੰਦਾ ਔਰਤ ਦਾ ਸਤਿਕਾਰ ਕਰ ਸਕਦਾ ਹੈ। ਆਪਣੀ ਹੋਵੇ ਜਾਂ ਦੂਸਰੀ ਹੋਵੇ, ਤੀਸਰੀ ਹੋਵੇ, ਇਸ ਜੱਗ ਵਿੱਚ ਹੋਵੇ, ਸਭ ਔਰਤਾਂ ਦਾ ਸਨਮਾਨ ਕਰ ਸਕਦਾ ਹੈ। ਕਿਸੇ ਗਰੀਬ ਦੇ ਦੁੱਖ ਵਿੱਚ ਕੰਮ ਆ ਸਕਦਾ ਹੈ, ਕਿਸੇ ਲੋੜਵੰਦ ਦੀ ਲੋੜ ਵਿੱਚ ਕੰਮ ਆ ਸਕਦਾ ਹੈ। ਇਹ ਹੈ ਪ੍ਰੇਮ ਪੰਥ ਕੀ ਪਾਲਕੀ, रविदास बैठ्यो आए, साचे स्वामी मिलन को आनंद किहा ना जाए। तो बिल्कुल आओ आनंद ਦੀ ਗੱਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਇੱਕ ਸ਼ਬਦ ਵਿੱਚ ਕਰਦੇ ਨੇ, ਔਰ ਇਵੇਂ ਕਰਦੇ ਨੇ ਆਪਾਂ ਦੇਖਦੇ ਹਾਂ ਕਿ ਉਹ ਸ਼ਬਦ ਵਿੱਚ ਕੀ ਆਪਾਂ ਨੂੰ ਦੱਸਣਾ ਚਾਹੁੰਦੇ ਨੇ। ਸਾਡੇ ਵਰਗੇ, ਆਪਣੇ ਵਰਗਿਆਂ ਕੁਚੱਜਿਆਂ ਨੂੰ, ਆਪਣੇ ਵਰਗੇ ਮੂਰਖਾਂ ਨੂੰ ਕੀ ਕਹਿਣਾ ਚਾਹੁੰਦੇ ਨੇ। ਮਹਾਰਾਜ ਜੀ ਕਹਿੰਦੇ ਨੇ, ਇਹ ਸ਼ਬਦ ਮਹਾਰਾਜ ਜੀ ਦੀ ਬਾਣੀ ਵਿੱਚੋਂ ਮੇਰੇ ਕੋਲ ਕੋਈ 30-35 ਸਾਲਾਂ ਤੋਂ ਕਿਤਾਬਾਂ ਨੇ, ਉਹਦੇ ਵਿੱਚੋਂ ਲਿਆ ਗਿਆ ਹੈ। ਉਸ ਤੋਂ ਬਾਅਦ ਵੱਖ-ਵੱਖ ਕਈਆਂ ਨੇ ਆਪੋ ਆਪਣੀ ਕਿਤਾਬਾਂ ਵਿੱਚ ਐਡ ਕੀਤੇ ਆ ਇਹ ਬਾਣੀ, ਔਰ ਮੈਂ ਉਸੇ ਬਾਣੀ ਦੇ ਵਿੱਚੋਂ ਸ਼ਬਦ ਆਪ ਜੀ ਨੂੰ ਸੁਣਾ ਰਿਹਾ ਹਾਂ। ਕਿਉਂਕਿ ਇਹ ਸ਼ਬਦ ਆਪ ਜੀ ਨੇ, ਅਸਲ ਵਿੱਚ ਮੈਂ ਜਦੋਂ ਆਪਣੇ ਪਿੰਡ ਹੁੰਦਾ ਸੀ ਤਾਂ ਇਹ ਸ਼ਬਦ ਮੈਂ ਇੱਕ ਵਾਰੀ ਸਟੇਜ ਤੋਂ ਬੋਲਿਆ ਸੀ, ਪਰ ਕਿਸੇ ਦੇ ਸਮਝ ਨਹੀਂ ਸੀ ਆਇਆ। ਮੈਂ ਵੀ ਜਵਾਨ ਸਾਂ ਔਰ ਕੁਛ ਬੋਲਣ ਦਾ ਢੰਗ ਨਹੀਂ ਸੀ, ਲੇਕਿਨ ਸ਼ੌਕ, ਪ੍ਰੇਮ ਬਹੁਤ ਸੀਗਾ। ਲੇਕਿਨ ਸਾਡੇ ਰਾਗੀ ਆਏ ਸਨ ਪਿੰਡ ਵਿੱਚ, ਪਤਾ ਨਹੀਂ ਮੈਨੂੰ ਹੁਣ ਉਹਨਾਂ ਦਾ ਨਾਮ ਨਹੀਂ ਯਾਦ ਆ ਰਿਹਾ, ਤਾਂ ਉਹਨਾਂ ਨੂੰ ਮੈਂ ਇਹ ਸ਼ਬਦ ਦਿਖਾਇਆ, ਹਿੰਦੀ ਵਿੱਚ ਸੀਗਾ। ਤੋ ਉਹ ਕਹਿੰਦੇ ਵੀ, ਉਹ ਮੇਰੇ ਵੱਲ ਦੇਖੀ ਜਾਣ ਅਤੇ ਕਹਿੰਦੇ ਕਿੰਨੇ ਕਿ ਤੇਰੇ ਕੋਲ ਕੋਈ ਕਿਤਾਬ ਹੈ? ਮੈਂ ਕਿਹਾ ਦੇਖੋ ਕਿਤਾਬ ਆ, ਪਰ ਮੈਂ ਦੇਣੀ ਨਹੀਂ ਉਹ, ਪਰ ਤੁਸੀਂ ਆਹ ਸ਼ਬਦ ਗਾ ਦਿਓ। ਉਹ ਕਹਿੰਦੇ ਚਲ ਵੀ ਅਸੀਂ ਕੋਸ਼ਿਸ਼ ਕਰਦੇ। ਮੈਂ ਉਹਨਾਂ ਨੂੰ ਚਾਹ ਚੂਹ ਪਿਲਾਈ, ਜਿੱਦਾਂ ਰਾਤ ਨੂੰ ਰਾਗੀ ਆਏ ਹੁੰਦੇ ਆ, ਸਵੇਰ ਨੂੰ ਨਹੀਂ ਪ੍ਰੋਗਰਾਮ ਕਰਨਾ ਹੁੰਦਾ ਉਦੋਂ, ਅਤੇ ਇਹ ਸ਼ਬਦ ਉਦੋਂ ਮੈਂ ਦਿੱਤਾ ਸੀਗਾ, ਅਤੇ ਉਹੀ ਸ਼ਬਦ ਆਪ ਜੀ ਦੇ ਨਾਲ ਅੱਜ ਸਾਂਝਾ ਕਰ ਰਿਹਾ ਹਾਂ। ਇਹ ਸ਼ਬਦ ਮੈਂ ਆਪ ਜੀ ਨੂੰ ਦੱਸਦਾ ਜਾਵਾਂ, ਅੰਮ੍ਰਿਤ ਬਾਣੀ ਦੇ ਵਿੱਚ ਵੀ ਮਿਲਦਾ ਹੈ, ਕਿਉਂਕਿ ਅੰਮ੍ਰਿਤ ਬਾਣੀ ਵੀ 2011 ਦੇ ਵਿੱਚ ਆਈ ਆ, ਜਦ ਕਿ ਮੇਰੇ ਕੋਲ ਤਾਂ ਬਾਣੀ ਬਹੁਤ ਚਿਰ ਪਹਿਲਾਂ ਦੀ ਹੈ। ਖੈਰ ਫਿਰ ਵੀ ਬਾਣੀ ਤਾਂ ਬਾਣੀ ਹੈ, ਆਪਾਂ ਸਭ ਨੂੰ ਨਮਸਕਾਰ ਕਰਦੇ ਹਾਂ। ਅੰਮ੍ਰਿਤ ਬਾਣੀ ਨੂੰ ਵੀ, ਜੋ ਮਤਲਬ ਕਿ ਇਹ ਗ੍ਰੰਥ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਬਣਿਆ ਹੈ, ਉਹਨੂੰ ਐਡਿਟ ਕੀਤਾ ਹੈ, ਮਤਲਬ ਕਿ ਜਿਨ੍ਹਾਂ ਨੇ ਵੀ, ਚਲੋ ਖੈਰ। ਤੋ ਇਹ ਉਹ ਸ਼ਬਦ ਹੈ, ਮਹਾਰਾਜ ਜੀ ਕਹਿੰਦੇ ਨੇ, ਰਾਗ ਗੌਂਡ ਦੇ ਵਿੱਚ ਇਹ ਸ਼ਬਦ ਹੈ, ਕਹਿੰਦੇ ਨੇ, ਆਜ ਦਿਵਸ ਜਾਊਂ ਬਲਿਹਾਰਾ, आज दिवस जाऊं बलिहारा, मेरे गृह आया राजा राम जी का प्यारा। आंगन बगड़ पवन पयो पावन, हर जन बैठे हर जस गावन। कई हरिजन भी कहते हैं, हरिजन बैठे हर जस गावन। फिर कहते ने, करो डंडौत और चरण पखाड़ों, तन मन तन संतन परवारों। करो डंडौत और चरण पखालों, तन मन तन संतन परवारों। कथा करी और अर्थ विचारे, आप तरे औरन को तारे। अखीला बंद कहते ने, ਕਹਿ ਰਵਿਦਾਸ
ਕਹਿ ਰਵਿਦਾਸ ਮਿਲੇ ਨਿਜ ਦਾਸ ਜਨਮ ਜਨਮ ਕੇ ਕਾਟੇ ਫਾਸ। ਕਹਿ ਰਵਿਦਾਸ ਮਿਲੇ ਨਿਜ ਦਾਸ जन्म जन्म के काटे फास। हाँ संतो, बिल्कुल ऐसा ही है। ये सब शब्द जो है ये सतगुरु रविदास महाराज जी का राग गौंड दे विच उचारिया होया है। आपां याद करते जाइए कि सिख धर्म तो बहुत बाद विच आया, लेकिन ये बाणी तो गुरु ग्रंथ साहिब जी की सिरजना तो बहुत चिर पहलां दी सिरजी हुई है, रची हुई है। तो इस करके उस समय दे विच ये राग गौंड दे विच शब्द लिखिया गया है। और महाराज जी नूं इस तो भाव ये है कि सतगुरु रविदास महाराज जी नूं ਸਾਰੇ ਹੀ ਰਾਗਾਂ ਦਾ ਕਰੀਬਨ ਉਹਨਾਂ ਨੂੰ ਗਿਆਨ ਸੀ। ਤਦ ਹੀ ਉਹਨਾਂ ਨੇ ਇਸ ਗੌਂਡ ਰਾਗ ਦੇ ਵਿੱਚ ਇਸ ਸ਼ਬਦ ਨੂੰ ਰਚਿਆ, ਆਜ ਦਿਵਸ ਜਾਊ ਬਲਿਹਾਰਾ ਮੇਰੇ ਗ੍ਰਹਿ ਆਇਆ ਰਾਜਾ ਰਾਮ ਜੀ ਕਾ ਪਿਆਰਾ। ਹਾਂ ਸੰਤੋ, ਹੁਣ ਆਪਾਂ ਚੱਲਦੇ ਹਾਂ ਸ਼ਬਦ ਵੱਲ। ਬਿਲਕੁਲ ਇਹ ਜੋ ਸ਼ਬਦ ਹੈ ਮੈਂ ਆਪ ਜੀ ਨੂੰ ਦੱਸ ਵੀ ਚੁੱਕਾ ਹਾਂ कि सतगुरु जी द्वारा मुखातबित किया गया है। ये जो गौंड राग है इस विच इंसान नूं जे इस शब्द दे विच चुभी लावे, डुबकणी ला के इसका रस माणे तो फिर बहुत इसनूं ज्ञान मिल जाता है। जे आपां सारे जने मन चित ला के इस शब्द नूं समझीए, इस शब्द नूं दिल विच बसाईए तो फिर ही आपां नूं पता चलता है कि सतगुरु रविदास महाराज जी का किन्ना उन्हां नूं ज्ञान से। उन्होंने वेद ग्रंथ पुराण कुरान सब कुछ ही गीता मतलब कि सारा कुछ ही पढ़िया होया सी। देखो एक जोड़ियां गंढण वाला है सतगुर, लेकिन उन्हों की ज्ञान प्राप्ति सिर्फ उन्हें मत्थे नहीं टिकाए, उन्हें ज्ञान प्राप्त किया अपनी किरत कमाई करते हुए, गृहस्थी जीवन जीउंदे हुए। वो किसी जंगलों में नहीं नठे। अपने बच्चे अपने परिवार जीवन साथी नाल रहिंदे हुए और अपने माता पिता अपने समाज विच रहिंदे हुए उन्होंने ये नहीं कहा कि मैं तो रब नूं पाउणा आ कि मैं ब्याह नहीं कराना, नहीं। इस करके इस चीज़ तो साबित होंदा है, गल क्लीयर कट हो जाती है कि गुरु रविदास जी महाराज जी नूं कई बारी मैं किताबां विच भी पढ़िया है, सुनदा भी हाँ, सुनिया भी है। ले रविदास ने किहड़ी उत्थे कोई PhD कीती सी, यूनिवर्सिटी कीती सी, उसकी कोई अकैडमिक क्वालिफिकेशन नहीं सी। हाँ बई उसकी सतगुरु जी की उसकी कोई क्वालिफिकेशन तो नहीं सी अकैडमिक, पर जिहड़ियां भी जिन्ने भी अकैडमिक क्वालिफिकेशनां हैगियां ने ये सब ही उस यूनीवर्सल यूनिवर्सिटी तो उन्हां दी कीती हुई यह अध्यात्मकता, यह रचिया होया ज्ञान, ये रचिया होया संविधान बाणी दे राहीं जिस नूं हर कोई जप रहा है इंसान, सब तो बड़ा गुरु रविदास जी का बेगमपुरा है संविधान। तो अजिहे मन की सोच वाला बंदा फिर वो किदां उसनूं समर्पित हो सकता है। वही सतगुरु नूं कोई कहंदा भगत है, किदां वो फिर मन हो सकता है। सो अजिही सोच तो बाहर निकलण दे लई सतगुरु जी ने इस शब्द नूं उचारिया और शब्द दे विच उन्हां ने एक बहुत बड़े सत्संग का भेद खोलिया है। सत्संग का भेद खोलते हैं और
ਉਸ ਸਤਸੰਗ ਦੇ ਵਿੱਚ ਸੰਤ ਜਨ ਲੋਕ ਹੀ ਆਏ ਨੇ ਔਰ ਉਹਨਾਂ ਨੂੰ ਉਹ ਸਮਝਾ ਰਹੇ ਨੇ। ਕਿਵੇਂ ਸਮਝਾ ਰਹੇ ਨੇ? ਕਹਿੰਦੇ ਨੇ ਕਿ आज दिवस जाऊं बलिहारा। ਸਾਹਿਬ ਸਤਿਗੁਰ ਜੀ ਇਹ ਸ਼ਬਦ ਦੇ ਟੇਕ ਵਿੱਚ ਹੀ ਕਹਿੰਦੇ ਨੇ ਕਿ ਇਹ ਬੰਦੇ, ਇਹ ਰੱਬ ਨੂੰ ਪਿਆਰ ਕਰਨ ਵਾਲੇ ਲੋਗੋ, ਸੰਤੋ, ਐ ਸੱਚੇ ਭਗਤ ਜਨੋ, ਸੰਤ ਜਨੋ, ਮੇਰੀ ਗੱਲ ਸੁਣੋ। ਮੈਂ ਜੋ ਕਹਿਣਾ ਚਾਹੁੰਦਾ ਹਾਂ ਉਹ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੋ ਮੈਂ ਆਪਣੀ ਅੱਖੀਂ ਦੇਖਿਆ ਤੇ ਕੰਨੀ ਸੁਣਿਆ, ਐ ਇਨਸਾਨ, ਐ ਰੱਬ ਦੇ ਬੰਦੇ, ਅੱਜ ਦਾ ਦਿਨ ਮੇਰੇ ਲਈ ਬਹੁਤ ਹੀ ਸੁਭਾਗਾਂ ਵਾਲਾ ਹੈ। ਮੈਂ ਇੱਥੇ ਖਿਆਲ ਰੱਖੋ, ਭਾਗਾਂ ਵਾਲਾ ਨਹੀਂ ਕਹਿੰਦਾ, ਸੁਭਾਗਾਂ ਵਾਲਾ। ਮਤ ਸੁਮਤ। ਖੈਰ, ਤੁਹਾਰਾ ਜੀ ਬੰਦੇ ਇਹ ਪਿਆਰੀ ਸਾਧ ਸੰਗਤ ਨੂੰ, ਸੰਤਾਂ ਨੂੰ ਉਹਨਾਂ ਦੇ ਵਿਹੜੇ ਵਿੱਚ ਆਉਂਦੇ ਨੇ, ਘਰ ਆਏ ਨੇ ਤੇ ਉਹ ਮੁਖਾਤਿਬ ਕਰ ਰਹੇ ਨੇ, ਆਪਣੀ ਮਨ ਦੀ ਅਵਸਥਾ, ਮਨ ਦੀ ਖੁਸ਼ੀ ਬਿਆਨ ਕਰ ਰਹੇ ਨੇ ਸ਼ਬਦ ਦੇ ਵਿੱਚ। ਕਹਿੰਦੇ ਨੇ ਕਿ ਇਹ ਇਨਸਾਨ, ਹੇ ਰੱਬ ਦੇ ਬੰਦੇ, ਅੱਜ ਦਾ ਦਿਨ ਮੇਰੇ ਲਈ ਬਹੁਤ ਹੀ ਕਰਮਾਂ ਵਾਲਾ ਹੈ, ਬਹੁਤ ਹੀ ਖੁਸ਼ੀ ਵਾਲਾ ਦਿਨ ਹੈ, ਕਿਉਂਕਿ ਮੇਰੇ ਘਰ ਵਿੱਚ ਰਾਜਾ ਰਾਮ ਜੀ ਕਾ ਪਿਆਰਾ ਆਇਆ ਹੈ। ਰਾਜਾ ਰਾਮ ਜੀ ਕਾ ਪਿਆਰਾ, ਇੱਥੇ ਗੱਲ ਰਾਜਾ ਰਾਮ ਜੀ ਕਾ ਪਿਆਰਾ ਕਿਹਾ, ਪਿਆਰੇ ਨਹੀਂ ਕਿਹਾ, ਰਾਜਾ ਰਾਮ ਜੀ ਕਾ ਪਿਆਰਾ। ਮਤਲਬ ਕਿ ਉਸ ਪਰਮਾਤਮਾ ਦਾ ਗਿਆਨ ਹੋ ਗਿਆ ਹੈ। ਰਾਜਾ ਰਾਮ ਤੋਂ ਮੈਂ ਬਲਿਹਾਰਮ ਜਾਂਦਾ ਹਾਂ, ਭਾਵ ਕਿ ਇਸ ਪਰਮਾਤਮਾ ਤੋਂ ਜੋ ਕਿ ਮੈਨੂੰ ਅੰਦਰ ਗਿਆਨ ਹੋ ਗਿਆ ਹੈ। ਸੰਤ ਜਨ ਲੋਕ ਦੇਖ ਕੇ ਇਹਨਾਂ ਦੀ ਸੰਗਤ ਦੇ ਵਿੱਚ ਮੇਰੇ ਕੋਲ ਇਸ ਗਿਆਨ ਦਾ ਉਛਾਲ ਆ ਗਿਆ ਹੈ। ਮੈਂ ਇਸ ਗਿਆਨ ਦੇ ਕੁਰਬਾਨ ਜਾਂਦਾ ਹਾਂ, ਬਲਿਹਾਰੀ ਜਾਂਦਾ ਹਾਂ, ਬਾਹਰੇ ਨਿਆਰੇ ਜਾਂਦਾ ਹਾਂ। ਰਾਜਾ ਰਾਮ ਤੋਂ ਮੈਂ ਬਿਲਕੁਲ ਕੁਰਬਾਨ ਹਾਂ, ਮੈਂ ਨਿਭਦਾ ਹਾਂ। ਗੱਲ ਇੱਥੇ ਅਸਲ ਵਿੱਚ ਸੋਚਣ ਵਾਲੀ ਹੈ, ਸਮਝਣ ਵਾਲੀ ਹੈ ਕਿ ਸਤਿਗੁਰੂ ਰਵਿਦਾਸ ਜੀ ਉਸ ਰਾਜਾ ਰਾਮ ਨੂੰ ਨਹੀਂ ਕਹਿੰਦੇ ਜੋ ਦਸ਼ਰਥ ਦੇ ਬੇਟੇ ਮੰਨਿਆ ਜਾਂਦਾ ਹੈ। ਉਹ ਨਹੀਂ, ਦਸ਼ਰਥ ਦਾ ਬੇਟਾ ਰਾਜਾ ਰਾਮਚੰਦਰ ਨਹੀਂ, ਇਹ ਰਾਜਾ ਰਾਮਚੰਦ। ਰਾਜਾ ਦਾ ਮਤਲਬ ਹੁੰਦਾ ਹੈ ਉਹ ਇਲਾਕਾ, ਉਹ ਖੇਤਰ। ਕਿਉਂਕਿ ਇਹ ਵੀ ਡੂੰਘੀ ਗੱਲ ਹੈ। ਰਾਜਾ ਰਾਮ ਤੋਂ ਭਾਵ ਰਮਿਆ ਹੋਇਆ, ਸਰੀਰ ਦੇ ਵਿੱਚ ਕੀ, ਅੰਦਰ ਰੋਮ ਦੇ ਵਿੱਚ ਕੀ ਤੇ ਬਾਹਰ ਕੀ, ਆਲੇ ਦੁਆਲੇ ਕੀ, ਉੱਪਰ ਥੱਲੇ ਕੀ, ਰੋਮ ਦੇ ਵਿੱਚ ਜੋ ਵਿਚਰ ਰਿਹਾ ਹੈ। ਰਜਾ ਦਾ ਮਤਲਬ ਰਜਾ ਤੇਰੀ ਨੂੰ ਜਾਣਦੀ ਹੈ ਦੁਨੀਆ ਸਾਰੀ। ਰਜਾ ਭਾਵ ਕਿ ਤੇਰੀ ਮਿਹਰ ਨੂੰ, ਤੇਰੀ ਕਿਰਪਾ ਨੂੰ, ਤੇਰੀ ਤਾਕਤ ਨੂੰ, ਇਹਨੂੰ ਕਹਿੰਦੇ ਨੇ ਰਜਾ ਤੋਂ ਹੀ ਰਾਜਾ, ਕੋਈ ਰਾਜਾ ਕਹਿੰਦਾ ਹੈ, ਕੋਈ ਰਜਾ ਕਹਿੰਦਾ ਹੈ। ਰਜਾ ਤੋਂ ਭਾਵ ਹੈ ਇਲਾਕਾ। ਇਹ ਸਰੀਰ ਦੇ ਇਲਾਕੇ ਵਿੱਚ, ਇਹ ਸਰੀਰ ਦੇ ਅੰਦਰ ਮਾਲਿਕ ਤੂੰ ਮੈਨੂੰ ਦਰਸ਼ਨ ਦਿੱਤੇ ਨੇ ਤੇ ਮੈਂ ਬਲਿਹਾਰਮ ਜਾਂਦਾ ਹਾਂ। ਇਸ ਦੇ ਕਰਕੇ ਇਹ ਉਹ ਰਾਮਚੰਦਰ ਦੀ ਮਹਾਰਾਜੀ ਗੱਲ ਨਹੀਂ ਕਰਦੇ ਜੋ ਕਿ ਰਾਜੇ ਦਸ਼ਰਥ ਦਾ ਪੁੱਤਰ ਹੈ। ਕਿਉਂਕਿ ਜੇ ਆਪਾਂ ਇਸ ਤਰ੍ਹਾਂ ਵੀ ਮੰਨ ਲਈਏ, ਮੰਨ ਲਓ ਕਿ ਕਹਿੰਦੇ ਨੇ ਕਿ ਰਾਜਾ ਰਾਮ ਦਸ਼ਰਥ ਦਾ ਬੇਟਾ, ਉਸ ਨੂੰ ਮੰਨ ਲਓ। ਚਲੋ ਜੇ ਇਵੇਂ ਵੀ ਆਪਾਂ ਮੰਨ ਲਈਏ ਕਿ ਰਾਮਚੰਦਰ ਵਰਗਾ ਰਾਜਾ ਰਵਿਦਾਸ ਦੇ ਘਰ ਆਇਆ, ਇਹ ਵੀ ਠੀਕ ਨਹੀਂ ਹੋਵੇਗਾ, ਕਿਉਂਕਿ ਉਹ ਤਾਂ ਪਰਛਾਵੇਂ ਤੋਂ ਵੀ ਬਹੁਤ ਦੂਰ ਰਹਿੰਦੇ ਸਨ, ਪਿੱਠ ਖਾਂਦੇ ਸਨ। ਤਾਂ ਰਵਿਦਾਸ ਦੇ ਘਰ ਆਉਣ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ। ਇਸ ਲਈ ਇਹ ਪਰਪੱਕ ਹੋ ਜਾਂਦਾ ਹੈ
कि राजा रामचंद्र नहीं बल्कि वो परमात्मा जो रोम रोम दे विच रमिया होया परमात्मा राजा राम है। रमिया होया, रमिया तो ਇਹਦਾ ਬਰੀਫ ਹੁਣੀ ਰਾਮ ਕੀਤਾ ਹੈ, ਜੋ ਰਵਿਦਾਸ ਜੀ ਦੇ ਘਰ ਇੱਕ ਸੰਤ ਦੇ ਰੂਪ ਵਿੱਚ ਪਧਾਰਿਆ। ਕਿਉਂਕਿ ਜਿੰਨੇ ਵੀ ਸੰਤ ਜਨ ਆਏ ਉਹਨਾਂ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਆਪਣੇ ਅੰਦਰ ਕੀ ਔਰ ਉਹਨਾਂ ਦੇ ਅੰਦਰ ਉਹਨਾਂ ਦੇ ਵਿੱਚ ਵੀ ਉਸੇ ਇੱਕੋ ਹੀ ਰਾਮ ਦਾ ਰਮਿਆ ਹੋਇਆ ਰੂਪ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਨਜ਼ਰ ਆਉਂਦਾ ਹੈ। ਕਿਉਂਕਿ आज दिवस जाऊं बलिहारा, मेरे गृह आया राजा राम जी का प्यारा। तो सो सतगुर जी अपने घर आए वो संत जिन्हां दे हिरदे अंदर वो रोम रोम अंदर बसिया होया भाव के संत जनां नूं देख के महाराज जी नूं बड़ी खुशी होई, अति खुशी होई, जिस करके उस शब्द का उच्चारण कर रहे हैं। तभी कह रहे हैं कि आज दिवस जाऊं बलिहारा, मेरे गृह आया राजा राम जी का प्यारा। तो बिल्कुल जे आप इस शब्द नूं पैरा बाई पैरा चलीए तो चंगा रहेगा, फिर आप शॉर्टकट कर सकते हैं। कहते हैं कि आज दिवस जाऊं बलिहारा, मेरे गृह आया राजा राम जी का प्यारा। असल विच ये जो पहला बंद है ये विच गुरु जी बयान ये करना चाहते हैं कि ए मेरी खुशी नूं देखण ते सुनन वाले लोगो, मेरे घर विच रोम रोम समाए हुए राजे राम रूपी संत जन आए ने, जिन्हां दे मेरे घर दे विहड़े विच चरण छो नाल मेरा घर इन्ना पवित्र हो गया है कि मैं गदगद हो गया है। सिर्फ मेरा ही घर नहीं बल्कि मेरा आंढ गुआंढ भी पवित्र हो गया है। आंढ गुआंढ जे तां आपां दुनियावी तौर ते गल करी तो आंढ गुआंढ तां अज जां पहलां भी ओह खुश कदी नहीं होया। आंढ गुआंढ कौन हो सकता है? मैं आप जी नूं माड़ी जी गल दस देवां है। ये शरीर दे विच जो 3 नाड़ियां ने मुख, ईड़ा, पिंगला ते सुषमण, जिन्हों आपां सुखमना नाड़ी भी कहने आ, इस नाड़ी दे उजागर होण दे नाल इहो ही सुखमणी पाठ जिन्हों कहंदे ने, जिन्हों ये प्राप्त हो जाती है, नाड़ी जाग जाती है तो वह सुखमन उस सुख की अवस्था दे विच हो जाता है। लेकिन जिहड़ा सज्जे खब्बे हुंदा है, ईड़ा पिंगला हुंदा है, चांदो सूरज नूं भी कहंदे ने हुंदा है, उन्हां नूं भी रंग चढ़ गया। भाव इत्थे कहंदे ने कि मेरे घर दे विहड़े विच जदों चरण पाए तां आंढ गुआंढ भी पवित्र हो गए। भाव कि जदों बंदे दी सुखमना नाड़ी, बहुत डूंघी गल है, सुखमना नाड़ी जागदी है तो फिर ईड़ा पिंगला भी वो भी जय जयकार ला पैंदे ने करन, वो भी एक्टिवेट उसी लैवल ते फिर रहिंदे ने, वो भी मतलब कि उस ज्ञान दे विच आ जांदे ने, उस रूप दे विच आ जांदे ने। तो इसे करके इस पवित्र घर दे विहड़े विच बैठे उस प्रभु दे प्रेमियां नूं, जो रब दे बंदे सब रल के उस परमात्मा दे जस गा रहे ने, सोले गा रहे ने, शब्द भजन गा रहे ने, वडियाई कर रहे ने, बहुत ही आद अनादि संगीत विच मुग्ध होके रस ते जस दे गायन कर रहे ने। हुण दूसरे बंद दे विच कहंदे ने कि आंगन बगड़ भवन पयो पावन, हर जन बैठे हर जस गावन। इस विच भी यही कहंदे ने कि मैं रविदास अजिहे सच्चे संत जनां दे चरण धो के पींदा हाँ, मैं तन मन धन बारदा होया बारंबार डंडौत करदा हाँ ते कुर्बान जांदा है। क्योंकि महाराज जी कहंदे ने आंगन बगड़ भवन पयो पावन, हर जन बैठे हर जस गावन। हुण इस शब्द इस
ਤੀਸਰੇ ਸ਼ਬਦ ਵਿੱਚ ਤੀਸਰੇ ਬੰਦ ਵਿੱਚ ਗੁਰੂ ਜੀ ਫਰਮਾਨ ਕਰਦੇ ਨੇ ਕਿ ਅਜਿਹੇ ਸੰਤ ਜਨਾਂ ਦੇ ਨਾਲ ਬੈਠ ਕੇ ਭਾਵ ਸਤਸੰਗ ਕਰਕੇ ਮੈਂ ਧਨ ਹੋ ਗਿਆ ਹਾਂ। ਮੇਰੇ ਗ੍ਰਹਿ ਭਾਵ ਕਿ ਮੇਰੇ ਘਰ ਵਿੱਚ ਮੇਰੇ ਇਸ ਗਰੀਬ ਦੀ ਕੁਟੀਆ ਦੇ ਵਿੱਚ ਸੰਤ ਜਨ ਆਏ ਔਰ ਜਿਨ੍ਹਾਂ ਦੇ ਰਸ ਔਰ ਜਸ ਕਰਨ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਨਾਲ ਮੇਰਾ ਘਰ ਆਏ ਸੰਤਾਂ ਨੇ ਅਜਿਹਾ ਸਤਸੰਗ ਕੀਤਾ, ਅਜਿਹਾ ਭਾਵ ਕਿ ਸਰੀਰ ਨੂੰ ਸ਼ਾਂਤੀ ਆ ਗਈ, ਸਤਸੰਗ ਕੀਤਾ ਜਿਸ ਵਿੱਚ ਇਹੋ ਜਿਹੇ ਅਰਥ ਵਿਚਾਰੇ ਗਏ, ਭਾਵ ਕਿ ਕਿੰਨੇ ਡੂੰਘੇ ਅਰਥ ਵਿਚਾਰੇ ਗਏ, ਅਰਥਾਂ ਦੇ ਭਾਵ ਵਿਚਾਰੇ ਗਏ, ਉਹਨਾਂ ਦੇ ਅਰਥ ਸਾਂਝੇ ਕੀਤੇ ਗਏ ਤੇ ਜਿਨ੍ਹਾਂ ਨੂੰ ਸਰਵਣ ਕਰਕੇ ਹਿਰਦਾ ਹਰ ਇੱਕ ਬੰਦੇ ਦਾ ਮਨ ਜਿਹੜਾ ਹੈ ਉਹ ਫਿਰ ਮਤਲਬ ਕਿ ਜਿਹਨੂੰ ਕਹ ਲਈ ਆਪਾਂ ਸੁਖਮਨ ਹੋ ਜਾਂਦਾ ਹੈ, ਦਗਦਗ ਮਤਲਬ ਗਦਗਦ ਹੋ ਜਾਂਦਾ ਹੈ। ਅਜਿਹਾ ਰਸ ਜੋ ਕਿ ਸਤਸੰਗ ਦੇ ਵਿੱਚ ਮਿਲਦਾ ਹੈ ਤੋ ਜਿਨ੍ਹਾਂ ਨੂੰ ਇਹ ਸਰਵਣ ਕਰਨ ਲਈ ਮਿਲਦਾ ਹੈ ਉਹ ਬੰਦਾ ਫਿਰ ਇੱਕਦਮ ਗੰਗਾ ਦਾ ਜਲ ਗੁੰਗਾ ਹੋ ਜਾਂਦਾ, ਭਾਵ ਕਿ ਗੰਗਾ ਦਾ ਜੋ ਜਲ ਜੋ ਪਹਾੜਾਂ ਵਿੱਚੋਂ ਥੱਲੇ ਆਉਂਦਾ ਜਾਂ ਕਿਤੇ ਵੀ ਆਪਾਂ ਪਹਾੜਾਂ ਦੇ ਵਿੱਚ ਜਾਈਏ ਜਦੋਂ ਪਾਣੀ ਆਉਂਦਾ ਤਾਂ ਬਿਲਕੁਲ ਕੁੰਗਾ ਹੁੰਦਾ, ਸਾਫ਼ ਸੁਥਰਾ ਹੁੰਦਾ ਹੈ, ਐਕਟੀਵੇਟਡ ਉਹ ਪਾਣੀ ਹੁੰਦਾ ਹੈ। ਤੋ ਇਸੇ ਕਰਕੇ ਉਹ ਕੁੰਗਾ ਪਾਣੀ ਮਤਲਬ ਕਿ ਦੀ ਤਰ੍ਹਾਂ ਬਾਣੀ ਉਹਨਾਂ ਨੂੰ ਸਰਵਣ ਕਰਨ ਦੇ ਲਈ ਮਿਲਦੀ ਹੈ ਜਦੋਂ, ਤਾਂ ਉਹਨਾਂ ਦਾ ਮਨ ਦੀਆਂ ਜੋ ਜਿੰਨੀਆਂ ਵੀ ਕਮੀਆਂ ਪੇਸ਼ੀਆਂ ਸਨ ਉਹ ਸੰਤਾਂ ਦਾ ਸਤਸੰਗ ਸੁਣ ਕੇ ਉਹ ਗੰਗਾ ਜਲ ਦੇ ਵਾਂਗ ਪਵਿੱਤਰ ਹੋ ਗਏ ਨੇ। ਜੋ ਉਸ ਰਹਿਬਰ ਦੇ ਘਰ ਦੀ ਬਿਨਾਂ ਕਿਸੇ ਵਿਤਕਰੇ ਤੋਂ ਵਡਿਆਈ ਕਰਦੇ ਨੇ ਉਹ ਆਪ ਵੀ ਧਨ ਹੋ ਜਾਂਦੇ ਨੇ, ਭਾਵ ਇਹ ਹੈ, ਤੇ ਦੂਜਿਆਂ ਨੂੰ ਵੀ ਧਨ ਕਰ ਦਿੰਦੇ ਨੇ, ਭਾਵ ਅਰਥਾਤ ਉਹ ਆਪ ਵੀ ਭਾਵ ਜਲ ਮੁਕਤ ਹੁੰਦੇ ਨੇ ਤੇ ਦੂਜਿਆਂ ਨੂੰ ਵੀ ਮੁਕਤੀ ਦਵਾ ਦਿੰਦੇ ਨੇ, ਭਾਵ ਕਿ ਫ੍ਰੀ ਕਰ ਦਿੰਦੇ ਨੇ। ਉਹਨਾਂ ਦੇ ਜਿੰਨੇ ਵੀ ਛਲ ਕਪਟ ਜਿੰਨੀਆਂ ਵੀ ਦੁਬਿਧਾ ਵਗੈਰਾ ਹੁੰਦੀਆਂ ਨੇ ਉਹ ਸਭ ਉਹਨਾਂ ਤੋਂ ਬੰਦੇ ਨੂੰ ਛੁਟਕਾਰਾ ਪਾ ਦਿੰਦੀਆਂ ਨੇ, ਕਿਉਂਕਿ ਉਹ ਇਹੋ ਜਿਹਾ ਗਿਆਨ ਪ੍ਰਦਾਨ ਕਰਦੇ ਨੇ। ਜਿਹੜੇ ਸੱਚੇ ਸੰਤ, ਅਸਲੀ ਸੰਤ, ਉਹਨਾਂ ਦੀ ਆਪਾਂ ਗੱਲ ਕਰਦੇ ਹਾਂ ਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਘਰ ਵਿੱਚ ਸੱਚੇ ਸੰਤ ਆਏ ਹੋਣਗੇ, ਉਹ ਸੱਚੇ ਸੰਤਾਂ ਦੀ ਹੀ ਗੱਲ ਕਰਦੇ ਨੇ। ਉਹ ਰੋਟੀ ਖਾਣ, ਉਹ ਖੀਰ, ਉਹ ਚਾਹ ਪਕੌੜੇ ਖਾਣ ਵਾਲੇ ਜਾਂ ਵੰਡਣ ਵਾਲੇ ਸੰਤਾਂ ਦੀ ਨਹੀਂ ਗੱਲ ਕਰਦੇ, ਨਹੀਂ, ਉਹ ਤਾਂ ਸਤਨਾਮ ਦਾ, ਸੋਹੰਗ ਸਤਨਾਮ ਦਾ ਜੋ ਗਿਆਨ ਹੈ, ਜੋ ਪ੍ਰਸਾਦ ਹੈ, ਜੋ ਗੁਰ ਹੈ, ਮੰਤਰ ਹੈ। ਗੁਰ ਤੋਂ ਭਾਵ ਹੈ ਅੰਦਰੂਨੀ, ਅੰਦਰ ਜਦੋਂ ਬੰਦੇ ਨੂੰ ਲੋ ਹੋ ਜਾਂਦੀ ਹੈ, ਲਾਈਟ ਹੋ ਜਾਂਦੀ ਹੈ, ਗਿਆਨ ਹੋ ਜਾਂਦਾ ਹੈ, ਲਿਸ਼ਕਾਰਾ ਹੋ ਜਾਂਦਾ ਹੈ, ਬੰਦੇ ਨੂੰ ਸੁਰਤ ਆ ਜਾਂਦੀ ਹੈ, ਉਸ ਨੂੰ ਕਹਿੰਦੇ ਨੇ ਗੁਰ ਮੰਤਰ, ਭਾਵ ਕਿ ਇੱਕ ਇਹੋ ਜਿਹਾ ਤਰੀਕਾ ਜਿਸ ਮੰਤਰ ਦੇ ਨਾਲ ਬੰਦੇ ਦਾ ਰੋਮ ਗਿਆਨ ਦੇ ਵਿੱਚ, ਭਾਵ ਕਿ ਉਸ ਦੇ ਅੰਦਰ ਅਵੇਅਰਨੈਸ ਆ ਜਾਂਦੀ ਹੈ ਤੇ ਜਿਸ ਨੂੰ ਇਸ ਮੰਤਰ ਨੂੰ ਮਹਾਰਾਜ ਜੀ ਕਹਿੰਦੇ ਨੇ ਇੱਕ ਇਹੋ ਜਿਹੀ ਦਵਾਈ ਹੈ, ਇਹੋ ਜਿਹੀ ਔਸ਼ਧੀ ਹੈ ਜਿਸ ਦੇ ਲੈਣ ਦੇ ਨਾਲ ਹਰੇਕ ਬੰਦੇ ਦਾ ਮਨ, ਹਰੇਕ ਬੰਦੇ ਦੇ ਅੰਦਰ ਫਿਰ ਉਹ ਬੰਦਾ ਜਿਹੜਾ ਹੈ ਗਿਆਨ ਪ੍ਰਾਪਤੀ ਕਰ ਲੈਂਦਾ ਹੈ, ਅਵੇਅਰਨੈਸ ਆ ਜਾਂਦੀ ਹੈ, ਭਾਵ ਕਿ ਉਸ ਨੂੰ ਫਿਰ ਅੰਧ ਵਿਸ਼ਵਾਸ ਦੇ ਵਿੱਚ ਭਟਕਣ ਦੀ, ਫਿਰ ਉਸ ਦੀ ਜੋ ਭਟਕਣਾ ਹੁੰਦੀ ਹੈ ਉਹ ਬਿਲਕੁਲ ਖਤਮ ਹੋ ਜਾਂਦੀ ਹੈ। ਉਹ ਫਿਰ ਛੱਛੋ ਪੰਜ ਦੇ ਵਿੱਚ ਨਹੀਂ ਰਹਿੰਦਾ, ਉਹ ਫਿਰ ਆਪਣੇ ਮਾਤਾ ਪਿਤਾ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਕਹਿੰਦਾ, ਉਹ ਆਪਣੇ ਗੁਰੂ ਤੋਂ ਬਿਨਾਂ, ਉਹ ਆਪਣੇ ਗੁਰੂ ਜਨਾਂ ਤੋਂ ਬਿਨਾਂ, ਆਪਣੇ ਦਾਦਿਆਂ ਬਾਬਿਆਂ ਪੜਦਾਦਿਆਂ ਤੋਂ ਬਿਨਾਂ, ਆਪਣੇ ਗੁਰੂ ਤੋਂ ਬਿਨਾਂ ਕਿਸੇ ਦੂਸਰੇ ਬੰਦੇ ਦੀ ਭਾਵੇਂ ਕਿਉਂ ਨਾ ਉਹ ਸੋਨੇ ਦੇ ਵਿੱਚ ਵੀ ਮੜਿਆ ਹੋਇਆ ਹੋਵੇ, ਉਸ ਦੀ ਉਹ ਕਦੀ ਨਹੀਂ ਉਸ ਨੂੰ ਕਹਿਣਗੇ ਕਿ ਇਹ ਮੇਰਾ ਬਾਪ ਨਹੀਂ, ਇਹ ਮੇਰਾ ਗੁਰੂ ਹੈ, ਇਹ ਮੇਰਾ ਬਾਪ ਹੈ, ਇਹ ਮੇਰੀ ਮਾਂ ਹੈ। ਤੋ ਇਸੇ ਕਰਕੇ ਮਹਾਰਾਜ ਜੀ ਮਤਲਬ ਕਿ ਬੰਦੇ ਨੂੰ ਸਮਝਾਣ ਕਰਦੇ ਨੇ ਇਸ
ਤੀਸਰੇ ਬੰਦ ਵਿੱਚ। ਹੁਣ ਆਪਾਂ ਚੱਲੀਏ ਆ ਜਾਈਏ ਚੌਥੇ ਬੰਦ, ਅਖੀਰਲੇ ਬੰਦ ਵਿੱਚ। ਫਿਰ ਕਹਿੰਦੇ ਨੇ, ਹੁਣ ਕਹਿੰਦੇ ਨੇ ਕਿ ਬੜੇ ਮਤਲਬ ਕਿ ਅੰਤਰਮੁਗਧ ਹੋ ਕੇ ਮਹਾਰਾਜ ਜੀ ਬਿਆਨ ਕਰਦੇ ਨੇ ਕਿ ਰਵਿਦਾਸ ਸੱਚ ਹੀ ਕਹਿੰਦਾ ਹੈ ਕਿ ਜੋ ਜੀਵ ਆਤਮਾ ਪਰਮਾਤਮਾ ਨਾਲ ਅਭੇਦੇ ਸੰਤ ਜਨਾਂ ਦੀ ਰਹਿਮਤ ਪਾ ਲੈਂਦਾ ਹੈ, ਉਹਨਾਂ ਦੇ ਨਾਲ ਮਿਲ ਜਾਂਦਾ ਹੈ, ਸੁਮੇਲ ਹੋ ਜਾਂਦਾ ਹੈ, ਸੰਗਤ ਪ੍ਰਾਪਤ ਕਰ ਲੈਂਦਾ ਹੈ, ਤਾਂ ਫਿਰ ਉਹ ਜੀਵ ਮਾੜੇ ਖਿਆਲਾਂ ਤੋਂ, ਮਾੜੀਆਂ ਸੋਚਾਂ ਤੋਂ, ਮਾੜੇ ਬੰਧਨਾਂ ਤੋਂ, ਮਾੜੇ ਝੇੜਿਆਂ ਤੋਂ ਬਿਲਕੁਲ ਮੁਕਤ ਹੋ ਜਾਂਦਾ ਹੈ। ਇਸ ਨੂੰ ਮੁਕਤ ਜੋ ਸੰਤ ਜਨ ਘਰ ਆਏ ਨੇ, ਉਹਨਾਂ ਨੇ ਸੱਚੇ ਪਰਮਾਤਮਾ ਦਾ ਜਸ ਕੀਤਾ ਅਤੇ ਉਸ ਜਸ ਦੇ ਰਸ ਦੇ ਨਾਲ ਰਵਿਦਾਸ ਦੀ ਜਿੰਨੀ ਵੀ ਕੋਈ ਸ਼ੰਕਾ ਸੀਗੀ, ਮਤਲਬ ਕਿ ਉਹ ਦੂਰ ਹੋ ਗਈ, ਬਿਲਕੁਲ ਗਦਗਦ ਹੋ ਗਏ। ਭਾਵ ਕਿ ਜੀਵਾਂ ਨੂੰ ਅਸਲ ਵਿੱਚ ਗੱਲ ਤਾਂ ਮਨ ਨੂੰ ਹੀ ਸਮਝਾਉਣਾ ਹੈ। ਘਰ ਵਿੱਚ ਸੰਤ ਜਦੋਂ ਪੰਜ ਵਿਚਾਰ ਬੰਦੇ ਦੇ ਵਿੱਚ ਆ ਜਾਣ ਤਾਂ ਉਹੀ ਸੰਤ ਜਨ ਹੁੰਦੇ ਨੇ, ਉਹੀ ਤੁਹਾਡੇ ਮੁੱਖ ਅਤਿਥੀ ਹੁੰਦੇ ਨੇ, ਜੋ ਤੁਹਾਨੂੰ ਆਵਾਗਮਨ ਦੇ ਵਿੱਚੋਂ ਕੱਢ ਕੇ ਸੱਚੀ ਮੁਕਤੀ ਦਾ ਰਾਹ ਦੇ ਕੇ ਆਜ਼ਾਦ ਕਰਵਾ ਦਿੰਦੇ ਨੇ। ਔਰ ਆਵਾਗਮਨ ਤੋਂ ਭਾਵ ਕਿ ਬੰਦੇ ਦਾ ਆਉਣਾ ਜਾਣਾ, ਬੰਦੇ ਦਾ ਆਪਣੇ ਵਿਸ਼ਵਾਸ ਤੋਂ ਡਿੱਗ ਜਾਣਾ, ਝੂਠ ਤੇ ਝੂਠ ਮਾਰੀ ਜਾਣਾ, ਇਹ ਵੀ ਇਹਦਾ ਅਰਥ ਨਿਕਲਦਾ ਹੈ। ਸੱਚ ਤੇ ਕਦੀ ਇੱਕ ਵਾਰੀ ਬੋਲਿਆ ਤਾਂ ਉਸ ਤੋਂ ਮੁੱਕਰ ਜਾਣਾ, ਡਾਕੇ ਮਾਰਨੇ, ਕਿਸੇ ਦੀ ਚੀਜ਼ ਤੇ ਆਪਣਾ ਹੱਕ ਜਮਾਉਣਾ, ਕਿਸੇ ਨੂੰ ਧੌਂਸ ਦਿਖਾਣੀ, ਕਿਸੇ ਨੂੰ ਰੋਹਬ ਦਿਖਾਣਾ, ਕਿਸੇ ਦਾ ਖੂਨ ਬਹਾਣਾ, ਧਰਮ ਦੇ ਨਾਂ 'ਤੇ, ਰੱਬ ਦੇ ਨਾਮ 'ਤੇ ਖੂਨ ਬਹਾਣਾ, ਉਹ ਚਾਹੇ ਕੋਈ ਪਸ਼ੂ ਹੋਵੇ ਜਾਂ ਫਿਰ ਬੰਦਾ ਹੋਵੇ, ਗੱਲ ਇੱਕੋ ਹੀ ਹੈ। ਇਸ ਦੇ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ, ਇਹੋ ਜਿਹੇ ਜਦੋਂ ਸੰਤਾਂ ਦੀ ਸੰਗਤ ਬੰਦੇ ਨੂੰ, ਇਸ ਮਨ ਨੂੰ ਮਿਲ ਜਾਂਦੀ ਹੈ, ਜਦੋਂ ਇਹ ਮਨ ਭਾਵ ਕਿ ਇਹਨਾਂ ਪੰਜਾਂ ਵਿਚਾਰਾਂ ਦੀ ਸੰਗਤ ਵਿੱਚ ਆ ਜਾਂਦਾ ਹੈ, ਤਾਂ ਫਿਰ ਉਸ ਨੂੰ ਖੁਦ ਹੀ ਆਪਣੀ ਉਸ ਅਗਿਆਨਤਾ ਨੂੰ ਆਜ਼ਾਦ ਕਰਵਾ ਦਿੰਦਾ ਹੈ। ਅਗਿਆਨਤਾ ਤੋਂ ਆਜ਼ਾਦ ਹੋ ਜਾਂਦਾ ਹੈ, ਫਰੀ ਹੋ ਜਾਂਦਾ ਹੈ, ਲਿਬਰਲ ਹੋ ਜਾਂਦਾ ਹੈ। ਇਹੋ ਹੀ ਮਾਲਕ ਨਾਲ ਭੇਦੀ ਸੰਤਾਂ ਦੀ ਨਿਸ਼ਾਨੀ ਹੁੰਦੀ ਹੈ। ਭਾਵ ਕਿ ਇਹ ਜਿਹੜਾ ਭੇਦ ਹੈ, ਇਹ ਜਿਹੜੀ ਸੀਕ੍ਰੇਸੀ ਆ, ਇਹ ਜਿਹੜੀ ਗੁਪਤ ਗੁਰ ਹੈ, ਜਿਹੜਾ ਗੁਰ ਤੋਂ ਗ ਤੋਂ ਗੱਗੇ ਔਂਕੜ ਭਾਵ ਕਿ ਗੁਪਤ, ਰ ਤੋਂ ਭਾਵ ਹੈ ਰੂਪ, ਲੋ ਲਾਈਟ ਲੈਂਪ, ਇਹ ਜੋ ਗੁਪਤ ਰੂਪ ਦਾ ਗਿਆਨ ਹੈ, ਜਦੋਂ ਬੰਦੇ ਨੂੰ ਹੋ ਜਾਂਦਾ ਹੈ ਤਾਂ ਉਸ ਦੇ ਫਿਰ ਸਭ ਹੀ ਝੂਠ ਮੂਠ, ਤੇਰ ਮੇਰ, ਤੇਰੀ ਐਸੀ ਕੀ ਤੈਸੀ ਵਗੈਰਾ ਵਗੈਰਾ, ਜਿੰਨੇ ਵੀ ਬੰਦੇ ਦੇ ਅੰਦਰ ਛਲ ਕਪਟੀ ਵਿਚਾਰ ਆਉਂਦੇ ਨੇ, ਲਾਲਚੀ ਵਿਚਾਰ ਆਉਂਦੇ ਨੇ, ਦੂਜੇ ਦੀ ਜੇ ਉਹ ਆਪਣੇ ਬਲਬੂਤੇ 'ਤੇ ਖੜਾ ਹੋਇਆ ਹੈ ਤਾਂ ਉਸ ਦੇ ਵੱਲ ਦੇਖ ਕੇ ਉਸ ਦੇ ਵੱਲ ਦੇਖ ਕੇ ਉਹ ਜਲਦੇ ਨਹੀਂ, ਬਲਕਿ ਖੁਸ਼ ਹੁੰਦੇ ਹੋਣ, ਉਹੀ ਇਨਸਾਨ ਮੁਕਤ ਹੋ ਜਾਂਦੇ ਨੇ। ਉਹੀ ਇਨਸਾਨ ਆਪਣੇ ਬੱਚਿਆਂ ਨੂੰ ਸਹੀ ਰਸਤਾ ਦਿੰਦੇ ਨੇ, ਸਹੀ ਰਸਤਾ ਦਿਖਾਉਂਦੇ ਨੇ, ਆਪਣੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਉਹਨਾਂ ਦਾ ਸੁੱਖ ਦੇਖਣਾ ਚਾਹੁੰਦੇ ਨੇ, ਉਹ ਚੰਗੇ ਬਣਨ, ਉਹਨਾਂ ਦੇ ਗਾਂਹ ਵੀ ਬੱਚੇ ਚੰਗੇ ਹੋਣ, ਔਰ ਉਹਨਾਂ ਨੂੰ ਚੰਗੀ ਸਿੱਖਿਆ ਦਿੱਤੀ ਜਾਂਦੀ ਹੈ। ਇਹ ਇੱਕ ਚੰਗੇ ਮਾਪੇ ਦਾ ਹੈ। ਲੇਕਿਨ ਮਾਪੇ ਨੇ ਤਾਂ ਕਰ ਦਿੱਤਾ, ਚੰਗੇ ਬੱਚਿਆਂ ਨੂੰ ਵੱਡੀਆਂ ਉੱਚੀਆਂ ਪੜ੍ਹਾਈਆਂ ਪੜ੍ਹਾਤੀਆਂ, ਬਾਹਰ ਭੇਜ ਦਿੱਤਾ, ਬਿਜ਼ਨਸਾਂ 'ਤੇ ਵਿੱਚ ਲਾ ਦਿੱਤਾ, ਪਰ ਉਸ ਤੋਂ ਬਾਅਦ ਹੁਣ ਧੀਆਂ ਪੁੱਤਰਾਂ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਮਾਤਾ ਪਿਤਾ ਨੂੰ ਉਹਨਾਂ ਦੀ ਬਿਰਧ ਅਵਸਥਾ ਵਿੱਚ
ਭਾਵ ਕਿ ਬਿਲਕੁਲ ਅਖੀਰਲੇ ਦਿਨਾਂ ਦੇ ਵਿੱਚ ਪੁੱਤਰ ਨੂੰ, ਖਾਸ ਕਰਕੇ ਪੁੱਤਰ ਨੂੰ, ਧੀਆਂ ਵੀ ਪੁੱਤਰ ਵੀ, ਪਰ ਮੰਨਿਆ ਜਾਂਦਾ ਹੈ ਕਿ ਪੁੱਤਰ, ਕਿਉਂਕਿ ਧੀਆਂ ਆਪਣੇ ਘਰਾਂ ਆਪਣੇ ਸਹੁਰੇ ਬਸਦੀਆਂ ਨੇ। ਚਲੋ ਜੇ ਉਹ ਵੀ ਆ ਜਾਣ ਤਾਂ ਹੋਰ ਵੀ ਗੱਲ ਵਧੀਆ ਹੋ ਜਾਂਦੀ ਹੈ। ਧੀਆਂ ਪੁੱਤਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ, ਜਿਵੇਂ ਉਹਨਾਂ ਦੇ ਬਚਪਨ ਉਹਨਾਂ ਨੇ, ਮਾਤਾ ਪਿਤਾ ਨੇ ਉਹਨਾਂ ਨੂੰ ਸਵਾਰ ਕੇ ਇੱਥੋਂ ਤੱਕ ਕੁਰਬਾਨੀਆਂ ਦੇ ਕੇ, ਭਾਵ ਕਿ ਸਾਰੀਆਂ ਮੁਸ਼ੱਕਤਾਂ ਕਰਕੇ, ਦੁੱਖ ਝੱਲਦੇ ਹੋਏ ਵੀ, ਭੁੱਖੇ ਰਹਿੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਇੱਥੋਂ ਤੱਕ ਲੈ ਆਂਦਾ, ਤਾਂ ਫਿਰ ਉਹਨਾਂ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਮਾਤਾ ਪਿਤਾ ਜੀ ਦੇ ਅਖੀਰਲੇ ਦਿਨਾਂ ਦੇ ਵਿੱਚ, ਬਿਲਕੁਲ ਜਦੋਂ ਆਖਰੀ ਸਾਹ ਹੋਵੇ, ਕਿਉਂਕਿ ਮਾਤਾ ਪਿਤਾ ਅਖੀਰ ਜਦੋਂ ਸਰੀਰ ਸਿਆਣਾ ਹੁੰਦਾ ਹੈ ਤਾਂ ਫਿਰ ਸਰੀਰ ਦੇ ਜੋ ਹੱਡ ਪੈਰ, ਹੱਡ ਨੇ, ਜੋ ਅੱਖਾਂ ਨੇ, ਫਿਰ ਕੋਈ ਕੰਮ ਨਹੀਂ ਚੱਜ ਨਾਲ ਕਰਦੀਆਂ। ਕਰੀਬਨ ਇਹ ਦੇਖਿਆ ਗਿਆ ਹੈ। ਔਰ ਸਰੀਰ ਦੁਬਲਾ ਹੋ ਜਾਂਦਾ ਹੈ, ਸਰੀਰ ਬਿਲਕੁਲ ਮੋਵਲੈਸ ਹੋਣ ਲੱਗ ਜਾਂਦਾ ਹੈ। ਤੋ ਇਸ ਕੰਡੀਸ਼ਨ ਦੇ ਵਿੱਚ ਆ ਕੇ ਅਗਰ ਧੀਆਂ ਪੁੱਤ ਜਾਂ ਨੋਹਾਂ ਵੀ ਕਹਿ ਲਈਏ, ਉਹ ਆਪਣੇ, ਜਿਹਨੂੰ ਸੱਸ ਕਹਿ ਲਈਏ, ਜਿਹਨੂੰ ਆਪਣੀ ਮਾਂ ਕਹਿ ਲਈਏ, ਪੁੱਤਾਂ ਨੂੰ ਵੀ ਅਗਰ ਉਹ ਨਹੀਂ ਦੇਖਦੇ ਤਾਂ ਉਹ ਬੇਸ਼ੱਕ ਦੁਨੀਆ ਦੇ ਵਿੱਚ ਕਿੰਨੇ ਵੀ ਵੱਡੇ ਕਿਉਂ ਨਾ ਬਣ ਜਾਣ, ਵੱਡੀਆਂ ਡਿਗਰੀਆਂ ਵਾਲੇ ਕਿਉਂ ਨਾ ਬਣ ਜਾਣ, ਅਮੀਰ ਕਿਉਂ ਨਾ ਬਣ ਜਾਣ, ਉਹ ਪਰਮਾਤਮਾ ਦੇ ਦਰਬਾਰ ਦੇ ਵਿੱਚ ਨਕਾਰੇ ਹੀ ਜਾਣਗੇ। ਔਰ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਬਿਲਕੁਲ ਡਾਊਨ ਹੀ ਰਹਿਣਗੀਆਂ। ਇਸੇ ਤਰ੍ਹਾਂ ਤਾਦਹੀ ਦਾਸ ਨੇ ਪਹਿਲੇ ਸਟਾਰਟਿੰਗ ਵਿੱਚ ਇੱਕ ਕਾਮਲ ਮੁਰਸ਼ਿਦ ਔਰ ਕਾਮਲ ਮੁਰੀਦ ਦਾ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਇੱਕ ਧੀ ਪੁੱਤ ਦਾ ਚੰਗੇ ਹੋਣਾ ਔਰ ਇੱਕ ਮਾਂ ਪਿਓ ਦਾ ਚੰਗੇ ਹੋਣਾ, ਦੋਨਾਂ ਪਾਸੇ ਹੀ ਚੰਗਾ ਹੋਵੇ, ਫੇਰ ਹੀ ਗੱਲ ਬਣਦੀ ਹੈ। ਸੰਤ ਜਨ ਘਰ ਆਏ ਤੋ ਸਤਿਗੁਰ ਜੀ ਹੁਣਾਂ ਨੇ, ਮਹਾਰਾਜ ਜੀ ਕਹਿੰਦੇ ਉਹਨੇ, ਕਰੋ ਡੰਡੌਤ ਔਰ ਚਰਨ ਪਖਾਰੋ, ਤਨ ਮਨ ਤਨ ਸੰਤਨ ਪਰਵਾਰੋ। ਰਵਿਦਾਸ ਨੇ ਤਨ ਮਨ ਧਨ ਸਭ ਕੁਛ ਹੀ ਬਾਰੰਬਾਰ ਬਲਿਹਾਰਮ ਜਾਂਦੇ ਹੋਏ ਉਹਨਾਂ ਦੀ ਰੱਜ ਕੇ ਸੇਵਾ ਕੀਤੀ। ਇੰਨੇ ਖੁਸ਼ ਨੱਠੇ ਫਿਰਦੇ ਨੇ, ਭੱਜੇ ਫਿਰਦੇ ਨੇ ਹਰ ਇੱਕ ਚੀਜ਼ ਨੂੰ ਕਿ ਸੰਤਾਂ ਦੀ ਸੇਵਾ ਦੇ ਵਿੱਚ ਕੋਈ ਕਮੀ ਨਾ ਰਹਿ ਜਾਵੇ, ਮੇਰੇ ਬੋਲ ਵਿੱਚ ਕੋਈ ਕਮੀ ਨਾ, ਕੋਈ ਮਾੜਾ ਨਾ ਬੋਲ ਹੋ ਜਾਵੇ, ਕੋਈ ਮੇਤੋਂ ਕੋਈ ਘਾਟ ਨਾ ਰਹਿ ਜਾਵੇ। ਇਸੇ ਕਰਕੇ ਕਹਿੰਦੇ ਨੇ, ਕਰੋ ਡੰਡੌਤ ਔਰ ਚਰਨ ਪਖਾਲੋ, ਤਨ ਮਨ ਤਨ ਸੰਤਨ ਪਰਵਾਰੋਂ, ਕਥਾ ਕਰੀ ਔਰ ਅਰਥ ਵਿਚਾਰੇ, ਆਪ ਤਰੇ ਔਰਨ ਕੋ ਤਾਰੇ, ਕਹਿ ਰਵਿਦਾਸ ਮਿਲੇ ਨਿਜ ਦਾਸ, ਜਨਮ ਜਨਮ ਕੇ ਘਾਟੇ ਫਾਸ। ਭਾਵ ਕਿ ਉਹ ਮਾਲਿਕ ਨਾਲ ਫਿਰ ਸੰਤ ਭੇਦੀ ਹੋ ਜਾਂਦੇ ਨੇ, ਉਹਨਾਂ ਦੇ ਨਾਲ ਮਿਲ ਜਾਂਦੇ ਨੇ, ਉਹ ਫਿਰ ਅਜ਼ਰ ਅਮਰ ਹੋ ਜਾਂਦੇ ਨੇ, ਉਹਨਾਂ ਦੀ ਆਤਮਾ, ਜਿਵੇਂ ਕਿ ਰਵਿਦਾਸ ਸਤਿਗੁਰ ਜੀ ਅੱਜ ਅਜ਼ਰ ਅਮਰ ਅਭੇਦੀ ਨੇ। ਸੋ ਇਹ ਸ਼ਬਦ ਦੇ ਚਾਰੇ ਬੰਦ ਇੱਕ ਟੇਕ ਆਪਾਂ ਸਾਂਝੀ ਕੀਤੀ ਹੈ। ਸੋ ਇਸ ਸ਼ਬਦ ਦੇ ਵਿੱਚ, ਭਾਵ ਕਿ ਇਸ ਦੇ ਵਿੱਚ ਜਿਹਨੂੰ ਆਪਾਂ ਕਹਿ ਲਈਏ, ਉਹਦਾ ਬਰੀਫਲੀ ਉਹਦਾ ਕੰਕਲੂਜਨ ਕੀ ਹੋ ਸਕਦਾ ਹੈ? ਤੋ ਕੰਕਲੂਜਨ ਆਪਾਂ ਕਰੀਬਨ ਜਾਣ ਹੀ ਲਿਆ ਹੈ। ਇਹ ਸ਼ਬਦ ਦੇ ਸਾਰ ਅਰਥ ਵੱਲ ਦੇਖੀਏ ਤਾਂ ਪਤਾ ਚੱਲਦਾ ਹੈ ਕਿ ਅਸਲ ਵਿੱਚ ਇਹ ਜਿਹੜਾ ਮਨ ਹੈ ਬੰਦੇ ਦਾ, ਇਹ ਜਿਹੜਾ ਬੰਦਾ ਹੈ, ਪ੍ਰਾਣੀ ਹੈ, ਮਨੁੱਖ ਹੈ, ਇਨਸਾਨ ਹੈ, ਆਪਣੇ ਹਿਰਦੇ ਅੰਦਰੋਂ ਅਵਗੁਣਾਂ ਨੂੰ ਪਰੇ ਭਗਾ ਮਾਰੇ, ਇਸ ਦੇ ਬਾਰੇ ਵਿੱਚ ਦਰਸਾਇਆ ਗਿਆ ਹੈ। ਸੱਚੇ ਗੁਣਾਂ ਦੇ ਵੱਖ ਤਰੀਕਿਆਂ ਦੀ ਭਾਲ ਕਰੇ, ਇਸ ਬਾਰੇ ਕਿਹਾ ਹੈ। ਪਰ ਇਹ ਗੁਣ ਕਿਸੇ ਸੱਚੇ ਸੰਤ ਕਾਮਲ ਮੁਰਸ਼ਿਦ ਤੋਂ ਬਿਨਾਂ ਨਹੀਂ ਨਸੀਬ ਹੁੰਦੇ। ਸੱਚਾ ਮਰੀਦ ਹੋਵੇ, ਸੱਚਾ ਮੁਰਸ਼ਿਦ ਹੋਵੇ, ਕਾਮਲ ਮੁਰਸ਼ਿਦ ਹੋਵੇ, ਫਿਰ ਇਹ ਗੱਲ ਬਣਦੀ ਹੈ। ਜਦੋਂ ਸੱਚੇ ਗੁਣ ਮਿਲ ਜਾਂਦੇ ਨੇ ਤਾਂ ਉਹੀ ਫਿਰ ਸੰਤ ਬਣ ਜਾਂਦੇ ਨੇ। ਬੰਦੇ ਦੇ ਹਰ ਰੋਜ਼ ਉਤਰਨ ਚੜ੍ਹਨ ਵਾਲੀਆਂ ਖਾਹਿਸ਼ਾਂ ਚੰਦ ਸੂਰਜ ਵਾਂਗਰ ਹੁੰਦੀਆਂ ਨੇ, ਪਰ ਜੋ ਸਦਾ ਇੱਕ ਇਲਾਹੀ ਜੋਤ ਨਾਲ ਮਿਲ ਜਾਵੇ ਤਾਂ ਉਸ ਦੀਆਂ ਸਭੀ ਖਾਹਿਸ਼ਾਂ ਖਤਮ ਹੋ ਜਾਂਦੀਆਂ ਨੇ।
ਭਾਵ ਕਿ ਉਹ ਆਤਮਾ ਸੁਰਤ ਸੁਖਮਨਾ ਰਸਤੇ ਰਾਹੀਂ ਜਾਂਦੀ ਹੋਈ, ਜਿਵੇਂ ਕਿ ਦਾਸ ਨੇ ਪਹਿਲਾਂ ਵੀ ਅਰਜ਼ ਕੀਤਾ ਹੈ ਕਿ ਆਂਢ ਗੁਆਂਢ ਵੀ ਤਰ ਗਏ ਨੇ, ਉਹ ਵੀ ਉਹਨਾਂ ਨੂੰ ਵੀ ਰੰਗ ਚੜ ਗਿਆ। ਸੁਖਮਨਾ ਤੋਂ ਭਾਵ ਕਿ ਜੋ ਏੜਾ ਪਿੰਗਲਾ ਬੰਦੇ ਦੀ ਅਸਲੀ ਸਰੀਰ ਦੀ ਵੱਡੀਆਂ 3 ਨਾੜਾਂ ਨੇ, ਇਹ ਨੇ, ਇਹਦੇ ਉੱਤੇ ਹੀ ਸਰੀਰ ਚੱਲਦਾ ਹੈ। ਇਹ ਜੋ ਸੁਖਮਨਾ ਹੈ, ਇਹੀ ਸੋਹੰਗ ਸ਼ਬਦ ਦੇ ਨਾਲ ਇਸ ਨੂੰ ਉਜਾਗਰ ਕੀਤਾ ਜਾ ਸਕਦਾ ਹੈ। ਔਰ ਸੋਹੰਗ ਸ਼ਬਦ ਹੀ ਇੱਕ ਇਹੋ ਜਿਹਾ ਮੰਤਰ ਹੈ ਜੋ ਕਿ ਬੰਦੇ ਨੂੰ ਸਭ ਤੋਂ ਪਹਿਲਾਂ ਸੋਹੰਗ ਮੰਤਰ ਹੈ, ਜੋ ਕਿ ਇਸ ਭਾਰਤ ਦੇ ਆਦੀਵਾਸੀਆਂ ਦੇ ਸ਼ਰਮਣ ਲੋਕ ਹੁੰਦੇ ਸਨ। ਸ਼ਰਮਣ ਹੀ ਸੋਹੰਗ ਦਾ ਮੰਤਰ ਦਾ ਜਾਪ ਕਰਦੇ ਹੁੰਦੇ ਸਨ। ਤਾਂ ਫਿਰ ਸ਼ਰਮਣਾਂ ਤੋਂ ਕਈ ਲੋਕਾਂ ਨੇ, ਕਈ ਵਾਰੀ ਮੈਂ ਭਗਵਾਨ ਬੁੱਧ ਦੇ ਬਾਰੇ ਵਿੱਚ ਵੀ ਦੇਖਿਆ ਕਿ ਉਹਨਾਂ ਦੇ ਲਿਟਰੇਚਰ ਵਿੱਚ ਵੀ ਸ਼ਰਮਣਾਂ ਨੂੰ ਕਈ ਕੁਛ ਕਿਹਾ ਗਿਆ ਹੈ। ਬੁੱਧ ਤੋਂ ਪਹਿਲਾਂ ਕੌਣ ਹੁੰਦੇ ਸਨ? ਸ਼ਰਮਣ ਹੀ ਤਾਂ ਹੁੰਦੇ ਸਨ। ਹਿੰਦੂ ਤਾਂ ਜਦੋਂ ਆਏ ਜੋ ਇਹਨਾਂ ਨੇ ਕਾਪੀ ਕੀਤੀ, ਖੈਰ। ਤੇ ਇਹ ਜਿਹੜਾ ਮੰਤਰ ਹੈ ਸੋਹੰਗ, ਸੁਪੀਰੀਅਰ ਮੰਤਰ ਹੈ, ਸੁਪਰੀਮ ਮੰਤਰ ਹੈ। ਇਸ ਤੋਂ ਉੱਚਾ ਹੋਰ ਕੋਈ ਨਹੀਂ ਹੋ ਸਕਦਾ, ਕਿਉਂਕਿ ਇਸ ਮੰਤਰ ਦੇ ਰਾਹੀਂ ਹੀ ਬੰਦੇ ਨੂੰ ਸੁੱਖ, ਚੈਨ, ਸ਼ਾਂਤੀ ਮਿਲ ਸਕਦੀ ਹੈ। ਜਦੋਂ ਸੁਖਮਨਾ ਨਾੜੀ ਬੰਦੇ ਦੀ ਉਜਾਗਰ ਹੋ ਜਾਂਦੀ ਹੈ ਔਰ ਬੰਦੇ ਨੂੰ ਫਿਰ ਗਿਆਨ ਹੋ ਜਾਂਦਾ ਹੈ, ਬੰਦਾ ਫਿਰ ਛੱਛੋ ਪੰਜ ਵਿੱਚੋਂ ਭੱਜਣਾ ਬੰਦ ਹੋ ਜਾਂਦਾ ਹੈ। ਤੇ ਜਦੋਂ ਮੇਲ ਹੋ ਜਾਂਦਾ ਹੈ ਇਸ ਸੋਹੰਗ ਸ਼ਬਦ ਦੇ ਰਾਹੀਂ, ਇਸ ਸੋਹੰਗ ਕਿਰਿਆ ਦੇ ਰਾਹੀਂ, ਸੋਹੰਗ ਮੰਤਰ ਦੇ ਰਾਹੀਂ, ਫਿਰ ਬੰਦੇ ਨੂੰ ਗਿਆਨ ਹੋ ਜਾਂਦਾ ਹੈ। ਇਹ ਚੀਜ਼ਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਭ ਹੀ ਕਰ ਲਈਆਂ ਸਨ। ਭਾਵ ਇਸ ਦੇ ਨਾਲ ਹੀ ਮੇਲ ਹੋ ਜਾਂਦਾ। ਜਦੋਂ ਸੋਹੰਗ ਦੇ ਨਾਲ ਮੇਲ ਹੋ ਜਾਂਦਾ ਪਰਮਾਤਮਾ ਦਾ, ਫਿਰ ਪਰਮਾਤਮਾ ਜੀ ਨੇ ਸ਼ਬਦ ਉਚਾਰਿਆ ਹੈ ਕਿ ਰਾਗ ਸਿਰੀ ਦੇ ਵਿੱਚ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮਨਾ ਪਾਪ ਕਰੰਤਾ, ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੰਤਾ ਰਹਾਓ। ਤੁਮ ਜੋ ਨਾਇਕ ਆਸ਼ੋ ਅੰਤਰ ਜਾਮੇ, ਪ੍ਰਭਤੇ ਜਨ ਜਾਨੀ ਜੈ ਜਨਤੇ ਸੁਆਮੀ, ਸਰੀਰ ਆਰਾਧੇ ਮੋਹੇ ਕੋ ਵਿਚਾਰਦੇ ਹੋ, ਰਵਿਦਾਸ ਸਮਦਲ ਸਮਝਾਵੇ ਕੋ। ਰਵਿਦਾਸ ਸਮਦਲ ਸਮਝਾਵੇ ਕੋ। ਤੋ ਬਿਲਕੁਲ ਐ ਸੰਤ ਜਨੋ, ਜਦੋਂ ਇਹ ਮੇਲ ਸੋਹੰਗ ਮੰਤਰ ਦੇ ਰਾਹੀਂ ਹੋ ਜਾਂਦਾ ਹੈ, ਇਸ ਦੇ ਲਈ ਸੋਹੰਗ ਸੁਪਰੀਮ ਹੈ, ਸੁਪੀਰੀਅਰ ਹੈ। ਜੇ ਸੋਹੰਗ ਦੇ ਰਾਹੀਂ, ਮੰਤਰ ਰਾਹੀਂ ਬੰਦੇ ਦੀ ਇਹ ਸੁਖਮਨਾ ਨਾੜੀ ਨਾ ਉਜਾਗਰ ਹੋਵੇ ਤਾਂ ਤੁਹਾਨੂੰ ਕੁਛ ਨਹੀਂ ਵੀ ਦਿਸੇਗਾ, ਪਰਮਾਤਮਾ ਕੁਛ ਨਹੀਂ ਦਿਸੇਗਾ। ਸਭ ਤੋਂ ਪਹਿਲਾਂ ਸੁਪਰੀਮ ਜਿਹੜਾ ਇਹਦੇ ਨਾਲ ਆਪਾਂ ਜਿਹੜੀ ਕਿਰਿਆ ਕਰਦੇ ਹਾਂ, ਮਤਲਬ ਇਹਦੀ ਪ੍ਰਾਣਾਯਾਮ ਕਰਦੇ ਹਾਂ, ਇਹ ਸੋਹੰਗ ਦਾ ਹੀ ਸਾਰਾ ਕੁਛ ਹੈ। ਸੋਹੰਗ ਦੇ ਮੰਤਰ ਦੇ ਨਾਲ ਹੀ ਹੈ। ਇਹੀ ਪ੍ਰੋਜੈਕਸ਼ਨ ਕੀਤੀ ਜਾਂਦੀ ਹੈ ਜਦੋਂ ਬੰਦੇ ਨੇ ਰੱਬ ਨੂੰ ਪਾਉਣਾ ਹੋਵੇ। ਤੇ ਜਿਹਨੇ ਪਾ ਲਿਆ, ਫਿਰ ਉਹ ਕਹਿੰਦਾ ਫਿਰ ਹੁਣ ਪਰਮਾਤਮਾ ਤੇਰੇ ਔਰ ਮੇਰੇ ਵਿੱਚ ਹੁਣ ਤਾਂ ਕੋਈ ਫਰਕ ਹੀ ਨਹੀਂ ਰਹਿ ਗਿਆ। ਇਸ ਦੇ ਲਈ ਮਹਾਰਾਜ ਜੀ ਇਸ ਸੋਹੰਗ ਸ਼ਬਦ ਦੇ ਰਾਹੀਂ ਉਸ ਪਰਮ ਅਕਾਲ ਪੁਰਖ ਨੂੰ ਪ੍ਰਾਪਤ ਕਰਦੇ ਹੋਏ ਫਿਰ ਹੀ ਉਹਨਾਂ ਨੇ ਬੇਗਮਪੁਰ ਨੂੰ ਜਾਣਿਆ। ਔਰ ਬੇਗਮਪੁਰ ਦੀ ਉਹਨਾਂ ਨੇ ਸਾਰੀ ਬਾਣੀ ਦਾ ਇਹ ਜੋ ਸ਼ਬਦ ਹੈ, ਜਿਵੇਂ ਕਿ ਇੱਕ ਪ੍ਰੀਐਂਬਲ ਆਫ ਦਾ ਕਾਨਸਟੀਟਿਊਸ਼ਨ, ਪ੍ਰੀਐਂਬਲ ਆਫ ਦਾ ਬੁੱਕ ਹੁੰਦੇ ਆ, ਉਸੇ ਤਰ੍ਹਾਂ ਸਾਰੀ ਹੀ ਬਾਣੀ ਦਾ ਇਹ ਜੋ ਪ੍ਰੀਐਂਬਲ ਹੈ, ਬੇਗਮਪੁਰ ਸ਼ਬਦ ਦੇ ਵਿੱਚੋਂ ਆਪਾਂ ਨੂੰ ਮਿਲ ਜਾਂਦਾ ਹੈ। ਤੋ ਬੇਗਮਪੁਰ ਤਦੇ ਹੀ ਪ੍ਰਾਪਤ ਹੁੰਦਾ ਹੈ, ਇਹ ਅਵਸਥਾ ਤਦੇ ਹੀ ਪ੍ਰਾਪਤ ਹੁੰਦੀ ਹੈ ਜਦੋਂ ਬੰਦਾ ਅੱਜ ਦੇ ਜਿਵੇਂ ਕਿ ਸ਼ਬਦ ਦੇ ਵਿੱਚ ਆਏ ਸੰਤ ਜਨਾਂ ਵਰਗਿਆਂ ਦੇ ਪ੍ਰਵਚਨਾਂ ਦੇ ਨਾਲ, ਪਵਿੱਤਰ ਪ੍ਰਵਚਨਾਂ ਦੇ ਨਾਲ ਸਤਸੰਗ ਨਹੀਂ ਕੀਤਾ, ਬਚਨ ਕੀਤੇ ਨੇ। ਔਰ ਅਜਿਹੇ ਬਚਨਾਂ ਦੇ ਨਾਲ ਫਿਰ ਬੰਦੇ ਦਾ ਮਨ ਜਿਹੜਾ ਹੈ, ਰੂਹ ਜਿਹੜੀ ਹੈ, ਉਹ ਗਦਗਦ ਹੋ ਜਾਂਦੀ ਹੈ। ਤੇ ਫਿਰ ਉਹ ਸੱਚਖੰਡ, ਭਾਵ ਜਿਹਨੂੰ ਆਪਾਂ ਬੇਗਮਪੁਰ ਕਹਿੰਦੇ ਹਾਂ, ਉੱਥੇ ਉਹ ਜਾ ਸਮਾਉਂਦਾ ਹੈ।
ਮਹਾਰਾਜ ਜੀ ਕਹਿੰਦੇ ਨੇ, ਜੋ ਹਮ ਸਹਿਰੀ ਸੋ ਮੀਤ ਹਮਾਰਾ, ਜੋ ਹਮ ਸਹਿਰੀ। ਐ ਸੰਤੋ, ਐ ਇਨਸਾਨ, ਐ ਮੇਰੇ ਕੌਮ ਦੇ ਲੋਗੋ, ਜੋ ਮੇਰੇ ਦੇਸ਼ ਜਾਣਾ ਚਾਹੁੰਦਾ, ਜੋ ਮੇਰਾ ਸਾਥੀ ਹੋਏਗਾ, ਉਹੀ ਮੇਰੇ ਨਾਲ ਜਾ ਸਕਦਾ ਹੈ। ਕੋਈ ਬਿਨਾਂ ਵੀਜ਼ੇ ਤੋਂ, ਬਿਨਾਂ ਕਿਸੇ ਹੋਰ ਮੰਤਰ ਦੇ ਨਾਲ ਨਹੀਂ ਜਾ ਸਕਦਾ। ਉੱਥੇ ਜਿਸ ਮੰਤਰ ਦੀ, ਜਿਸ ਰਸਤੇ ਦੀ ਲੋੜ ਪੈਂਦੀ ਹੈ, ਜਿਸ ਗਿਆਨ ਦੀ ਲੋੜ ਪੈਂਦੀ ਹੈ, ਉੱਥੇ ਤਾਂ ਉਹੀ ਜਾ ਸਕਦਾ। ਆਓ, ਜੇ ਤੁਹਾਡੇ ਕੋਲ ਇਹ ਹੈ ਤੇ ਆ ਜਾਓ, ਮੇਰੇ ਨਾਲ ਚਲੋ। ਮੈਂ ਤਾਂ ਬੇਗਮਪੁਰ ਦੇ ਵਿੱਚ ਵੱਸਦਾ ਹਾਂ। ਹਉ ਬਜ਼ਾਰੋ ਰਾਮ ਕੋ ਸਹਿਜ ਕਰੋ ਵਪਾਰ, ਮੈਂ ਰਾਮ ਨਾਮ ਤਾਂ ਲਾਦਿਆ ਬਿਖਲਾ ਦੀ ਸੰਸਾਰ। ਆਓ ਮੇਰੇ ਲੋਗੋ, ਆਓ ਮੇਰੇ ਭੈਣੋ ਭਰਾਵੋ, ਮੇਰੇ ਕੌਮ ਦੇ ਲੋਗੋ, ਮੈਂ ਇਸ ਦਾ ਵਪਾਰੀ ਬਣ ਗਿਆ ਹਾਂ। ਰੱਬ ਨੇ ਮੈਨੂੰ ਵਪਾਰ ਕਰਨ ਦੇ ਲਈ ਇਹ ਧਨ ਦੇ ਦਿੱਤਾ, ਔਰ ਇਹ ਧਨ ਮੈਂ ਕਿਸੇ ਤੋਂ ਪੈਸਾ ਨਹੀਂ ਲੈਂਦਾ, ਇਸ ਧਨ ਦੇ ਬਦਲੇ ਮੁਕਤੀ ਵੰਡਦਾ ਫਿਰਦਾ ਹਾਂ। ਸੋਹੰਗ ਸਤਨਾਮ ਦਾ ਮੰਤਰ ਸ਼ਬਦ ਮੁਕਤੀ ਹੀ ਵੰਡਦਾ ਫਿਰਦਾ ਹਾਂ। ਆਓ, ਜੇ ਕੋਈ ਤੁਹਾਡੇ ਵਿੱਚ ਵਪਾਰ ਕਰਨਾ ਚਾਹੁੰਦਾ ਹੈ ਇਸ ਕਿਸਮ ਦਾ, ਤੇ ਬਿਲਕੁਲ ਆਓ ਮੇਰੇ ਵੱਲ। ਆਪ ਇਸ ਵਪਾਰ ਦੇ ਵਿੱਚ ਤਰ ਜਾਵੋਗੇ, ਫਿਰ ਤੁਹਾਡੇ ਫਿਕਰ ਫਾਕੇ ਮੁੱਕ ਜਾਣਗੇ। ਤੋ ਇਸੇ ਕਰਕੇ ਫਿਰ ਤੁਸੀਂ ਸਮਾਜ ਦੇ ਵਿੱਚ ਸਤਿਕਾਰੇ ਜਾਵੋਗੇ, ਜਿਵੇਂ ਕਿ ਅੱਜ ਰਵਿਦਾਸ ਦੀ ਕਿਰਪਾ ਕੀਤੀ ਹੈ। ਸਾਬੀ ਰਾਜੇ, ਮਹਾਰਾਜੇ, ਸਿਕੰਦਰ ਲੋਧੀ ਬਾਦਸ਼ਾਹ ਵਰਗੇ, ਬਾਬਰ ਵਰਗੇ, ਬੈਣ ਸਿੰਘ ਵਰਗੇ, ਰਾਜਾ ਨਾਗਰਮਲ ਜੀ ਵਰਗੇ, ਰਾਣੀ ਝਾਲਾ ਜੀ ਵਰਗੇ, ਰਾਜਕੁਮਾਰੀ ਰਾਣੀ ਮੀਰਾਬਾਈ ਜੀ ਵਰਗੇ, ਗੋਰਖਨਾਥ ਵਰਗੇ ਉਹਨਾਂ ਦੇ ਚਰਨੀ ਆ ਗਏ। ਸਤਿਗੁਰੂ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਸਾਥੀ ਬਣ ਗਏ, ਇੱਕੋ ਹੀ ਰਸਤੇ ਤੇ ਚੱਲਣ ਵਾਲੇ, ਧੰਨਾ ਜੀ ਵਗੈਰਾ ਵਗੈਰਾ ਸਭ। ਤੇ ਆਓ, ਜੇ ਤੁਸੀਂ ਚਾਹੁੰਦੇ ਹੋ ਤਾਂ ਇਸੇ ਤਰ੍ਹਾਂ ਜਦੋਂ ਤੁਹਾਨੂੰ ਸੱਚੇ ਸੰਤਾਂ ਦੀ ਸੰਗਤ ਮਿਲ ਜਾਏਗੀ, ਜੋ ਲੋਭੀ ਨਾ ਹੋਵੇ, ਜੋ ਤੁਹਾਤੋਂ ਕੁਝ ਮੰਗਦਾ ਨਾ ਹੋਵੇ, ਬਸ ਦੇਣ ਵਾਲਾ ਹੀ ਹੋਵੇ, ਤੁਸੀਂ ਉਸ ਨੂੰ ਲੈਣ ਵਾਲੇ ਵੀ ਹੋਵੋ, ਫਿਰ ਹੈ। ਤੋ ਇਸ ਕਰਕੇ ਉਸ ਨੂੰ ਪੱਲੇ ਵਿੱਚ ਸਾਂਭ ਕੇ ਰੱਖਣਾ ਉਹ ਹੋਰ ਵੀ ਜ਼ਿਆਦਾ ਔਖਾ ਹੁੰਦਾ ਹੈ। ਐ ਸੰਤੋ, ਐ ਲੋਗੋ, ਐ ਬੰਦੇ, ਐ ਇਨਸਾਨ, ਐ ਮਨ, ਦੇਖ ਮੇਰੇ ਘਰ ਸੰਤ ਜਨ ਆਏ ਤਾਂ ਮੈਂ ਗਦਗਦ ਹੋ ਗਿਆ। ਮੇਰਾ ਮਨ ਉਹਨਾਂ ਕੁਰੀਤੀਆਂ ਚੋਂ ਬਾਹਰ ਆ ਗਿਆ ਜੋ ਲੋਕ ਕਰਦੇ ਨੇ, ਜੋ ਲੋਕ ਲੱਭਦੇ ਵੀ ਨੇ, ਪਰ ਮੈਂ ਉਹਨਾਂ ਤੋਂ ਛੁਟਕਾਰਾ ਪਾ ਲਿਆ ਹੈ, ਮੈਨੂੰ ਗਤੀ ਮਿਲ ਗਈ ਹੈ। ਸੋ ਇੱਥੇ ਹੀ ਦਾਸ ਮਾਧੋ ਬਲਵੀਰਾ ਸੰਤੋ, ਮਹਾਂਪੁਰਸ਼ੋ, ਆਪ ਸਭ ਬੜੇ ਹੀ ਸਤਿਕਾਰਯੋਗ ਹੋ। ਜਿੱਥੇ ਜਿੱਥੇ ਵੀ ਮੇਰੀ ਆਵਾਜ਼ ਸੁਣ ਰਹੇ ਹੋ, ਆਪ ਸਭਨਾਂ ਨੂੰ ਫਿਰ ਦਾਸ ਵੱਲੋਂ ਜੈ ਗੁਰਦੇਵ ਬੁਲਾਉਂਦਾ ਹਾਂ। ਔਰ ਇਸ ਸ਼ਬਦ ਦੀ ਵਿਆਖਿਆ ਦੇ ਵਿੱਚ ਕੋਈ ਵੀ ਸ਼ਬਦ ਦਾਸ ਮਾਧੋ ਬਲਵੀਰਾ ਤੋਂ ਕੋਈ ਕਲਫਜੀ ਹੋ ਗਈ ਹੋਵੇ ਜਾਂ ਵਿਚਾਰਾਂ ਦੇ ਵਿੱਚ ਕਲਫਜੀ ਹੋ ਗਈ ਹੋਵੇ, ਤਾਂ ਅਣਜਾਣੜਾ ਜਿਹਾ ਸਮਝਦੇ ਹੋਏ ਆਪ ਸਿਰ 'ਤੇ ਹੱਥ ਰੱਖਣਾ ਕਿ ਅੱਗੇ ਤੋਂ ਕੋਈ ਇਹੋ ਜਿਹੀ ਖੁਨਾਮੀ, ਇਹੋ ਜਿਹੀ ਭਾਵ ਕਿ ਗਲਤੀ, ਇਹੋ ਜਿਹੀ ਕੋਈ ਕਲਫਜੀ ਨਾ ਹੋਵੇ। ਤਾਂ ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਪ੍ਰੇਮ ਭਾਵਨਾ ਨਾਲ ਇਹ ਦਾਸ ਨੂੰ ਮਾਣ ਦਿੰਦੇ ਹੋਏ ਇਹ ਸਤਸੰਗ ਸਰਵਣ ਕੀਤਾ। ਸੋ ਦਾਸ ਦੀ ਇਸ ਤੁਛ ਜਿਹੀ ਕੋਸ਼ਿਸ਼ ਨੂੰ ਕਬੂਲ ਕਰਦੇ ਰਹਿਣਾ। ਦਾਸ ਕੋਸ਼ਿਸ਼ ਕਰੇਗਾ ਆਉਣ ਵਾਲੇ ਸਮੇਂ ਵਿੱਚ ਵੀ ਕਿ ਇਹ ਜੋ ਆਪ ਜੀ ਤੱਕ ਸਤਿਗੁਰਾਂ ਦੇ ਬਖਸ਼ੇ ਹੋਏ ਹੀਰੇ ਬਾਣੀ ਦੇ ਵਿੱਚ ਆਪ ਜੀ ਤੱਕ ਆਪਣੀ ਤੁਛ ਜਿਹੀ ਬੁੱਧੀ ਦੇ ਨਾਲ ਲਿਆਂਦਾ ਰਹਾਂਗਾ। ਔਰ ਬਿਨਾਂ ਕਿਸੇ ਵਿਤਕਰੇ ਤੋਂ ਮੈਂ ਸਭ ਦਾ ਹੀ ਸਤਿਕਾਰ ਕਰਦਾ, ਸਭੀ ਧਰਮਾਂ ਦਾ, ਸਭੀ ਸੰਤਾਂ ਦਾ, ਸਭੀ ਡੇਰਿਆਂ ਦਾ, ਸਭੀ ਇਨਸਾਨਾਂ ਦਾ, ਹਰ ਇੱਕ ਬੰਦੇ ਦਾ, ਹਰ ਇੱਕ ਔਰਤ ਦਾ, ਹਰ ਇੱਕ ਬੱਚੇ ਦਾ, ਨੌਜਵਾਨ ਦਾ, ਸਾਰਿਆਂ ਦਾ, ਹਰ ਇੱਕ ਜੀਵਨ ਦਾ। ਇਸ ਦੇ ਲਈ ਕੋਈ ਗਲਤੀ ਫਲਤੀ ਹੋ ਗਈ ਹੋਵੇ ਬੋਲਦੇ ਸਮੇਂ ਦੌਰਾਨ, ਤੋ ਦਾਸ ਨੂੰ ਨਿਮਾਣਾ ਜਿਹਾ ਜਾਣਦੇ ਹੋਏ, ਗਲਤੀ ਦਾ ਪੁਤਲਾ ਜਾਣਦੇ ਹੋਏ ਮਾਫ ਕਰਨਾ ਜੀ। ਅੱਗੇ ਤੋਂ ਫਿਰ ਆਪਾਂ ਮਿਲਦੇ ਰਹਾਂਗੇ। ਤੋ ਮੈਂ ਆਪ ਜੀ ਨੂੰ ਹੁਣ ਅਖੀਰ ਦੇ ਵਿੱਚ ਇੱਕ ਦੇਖਦਾ ਹਾਂ ਕਿ ਜੇ
ਇੱਕ ਆਪ ਜੀ ਨੂੰ ਰਿਕਵੈਸਟ ਹੈ, ਆਪ ਦੇਖ ਹੀ ਸਕਦੇ ਹੋ। ਮੈਂ ਉਮੀਦ ਕਰਦਾ ਕਿ ਆਪ ਸਾਰੇ ਸਮਝ ਗਏ ਹੋਵੋਗੇ। ਔਰ ਦਾਸ ਦਾ ਇਹ ਨਵਾਂ ਚੈਨਲ ਹੈ ਔਰ ਇਹ ਚੈਨਲ ਦੇ ਰਾਹੀਂ ਆਪ ਜੀ ਤੱਕ ਸਤਿਗੁਰਾਂ ਦੀ ਬਾਣੀ ਔਰ ਪੋਲੀਟੀਕਲ ਵੀ, ਕਲਚਰ ਵੀ, ਸੋਸ਼ਲ ਵੀ ਆਪ ਜੀ ਤੱਕ ਇਸੇ ਭਾਸ਼ਾ ਦੇ ਵਿੱਚ ਅਰਦਾਸ ਲੈ ਕੇ ਆਉਂਦਾ ਰਹੇਗਾ। ਵੱਖ-ਵੱਖ ਸਮਿਆਂ 'ਤੇ ਸਭ ਸੰਤਾਂ ਨੂੰ, ਸਭ ਮਹਾਂਪੁਰਸ਼ਾਂ ਨੂੰ, ਸਾਡੇ ਗੁੱਡ ਪਰਸਨੈਲਿਟੀ ਸੁਸਾਇਟੀ ਦੇ ਵਿੱਚ ਜਿੰਨੇ ਵੀ ਪਰਸਨੈਲਿਟੀਜ਼ ਨੇ, ਉਹਨਾਂ ਦਾ ਕੋਸ਼ਿਸ਼ ਸਮੇਂ-ਸਮੇਂ 'ਤੇ ਕੋਸ਼ਿਸ਼ ਕਰਦਾ ਰਹਾਂਗਾ ਕਿ ਉਹਨਾਂ ਦੇ ਇਤਿਹਾਸ ਨੂੰ, ਉਹਨਾਂ ਦੇ ਕੰਮਾਂ ਨੂੰ ਆਪ ਜੀ ਤੱਕ ਸਾਂਝਾ ਕਰਦਾ ਰਹਾਂਗਾ। ਤੋ ਇਸ ਦੇ ਲਈ, ਇਸ ਕਰਕੇ ਲੋੜ ਹੈ ਆਪ ਜੀ ਦੇ ਬਿਲਕੁਲ ਸਹਿਯੋਗ ਦੀ ਸਦਾ ਹੀ। ਲੇਕਿਨ ਜ਼ਿਆਦਾ ਮੇਰਾ ਸੁਭਾਅ ਇਹ ਅਧਿਆਤਮਿਕਤਾ ਵੱਲ ਹੈ, ਰਿਲੀਜੀਅਸ ਬਾਣੀ ਵੱਲ ਹੈ। ਕੋਈ ਤਰਕ ਵਾਲੀ ਕਿਸੇ ਨੂੰ ਗੱਲ ਕਹਿਣੀ, ਮਾੜੀ ਕਹਿਣੀ, ਉਸ ਉੱਤੇ ਮੈਂ ਇੰਨਾ ਮਤਲਬ ਕਿ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਸਭ ਹੀ ਜਦੋਂ ਆਪਾਂ ਇੱਕਮਿਕ ਹੋ ਜਾਈਏ ਫਿਰ ਹੀ ਗੱਲ ਬਣਦੀ ਹੈ। ਨਾ ਕੋਈ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨਾਏ। तो बिल्कुल सत्संगत मिल रही है माधो जैसे मतब मखीरा। आओ ਆਪਾਂ ਕਿਉਂ ਨਾ ਇਸ ਤਰ੍ਹਾਂ ਹੋ ਜਾਈਏ ਤੇ ਜੋ ਸਤਿਗੁਰਾਂ ਦੀ ਬਾਣੀ ਹੈ, ਸਭੀ ਆਦਿ ਗੁਰੂ ਜਨਾਂ ਦੀ ਬਾਣੀ ਹੈ, ਉਹਨਾਂ ਨੂੰ ਆਪਾਂ ਨਮਸਕਾਰ ਕਰੀਏ। ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਬਾਣੀ ਹੈ, ਉਹਨਾਂ ਨੂੰ ਵੀ ਕਰੀਏ। ਔਰ ਆਪਾਂ ਬਾਣੀ ਦੇ ਭਾਵ ਨੂੰ ਸਮਝਦੇ ਹੋਏ ਹਰ ਇੱਕ ਦਾ ਸਤਿਕਾਰ ਕਰੀਏ। ਬਾਣੀ ਗੁਰੂ ਤੇ ਗੁਰੂ ਹੈ ਬਾਣੀ, ਇਹ ਸਭ ਨੇ ਕਿਹਾ ਹੈ, ਪਰ ਇਹ ਡਿਪੈਂਡ ਕਰਦਾ ਹੈ ਕਿ ਇਹ ਸਾਰਾ, ਇਹ ਤਾਂ ਠੀਕ ਹੈ, ਪਰ ਕੀ ਇਸ ਨੂੰ ਸਮਝਦਾ ਹੈ ਇਹ ਮਨਮੁੱਖ ਪ੍ਰਾਣੀ? ਇਸ ਦੇ ਲਈ ਆਪਾਂ ਨੂੰ ਸਾਰਿਆਂ ਨੂੰ ਸੰਘਰਸ਼ ਕਰਨਾ ਪੈਂਦਾ ਹੈ, ਚੰਗੇ ਰਸਤੇ ਨੂੰ ਚੁਣਨਾ ਪੈਂਦਾ ਹੈ ਅੱਗੇ ਵਧਣ ਦੇ ਲਈ। ਤੋ ਮੈਂ ਉਮੀਦ ਕਰਦਾ ਹਾਂ ਕਿ ਆਪ ਜੀ ਤੱਕ, ਆਪ ਇਸ ਪ੍ਰੋਗਰਾਮ ਨੂੰ ਜਿੱਥੋਂ ਤੱਕ, ਜਦੋਂ ਵੀ ਆਪ ਜੀ ਨੂੰ ਮਿਲੇ ਤੇ ਦੇਖਣ ਨੂੰ ਮਿਲੇ, ਆਪ ਬਿਲਕੁਲ ਇਸ ਨੂੰ ਸਬਸਕ੍ਰਾਈਬ ਕਰ ਦੇਣਾ। ਕਿਉਂਕਿ ਜਦੋਂ ਤੁਸੀਂ ਸਬਸਕ੍ਰਾਈਬ ਕਰਦੇ ਹੋ ਤਾਂ ਫਿਰ ਜਦੋਂ ਵੀ ਮੈਂ ਪ੍ਰੋਗਰਾਮ ਆਨਲਾਈਨ ਹੋਵਾਂਗਾ ਤਾਂ ਉਹ ਆਪਣੇ ਆਪ ਹੀ ਤੁਹਾਡੇ ਕੋਲ ਉਹ ਮੈਸੇਜ ਪਹੁੰਚ ਜਾਂਦਾ ਹੈ ਅਤੇ ਤੁਸੀਂ ਉਸ ਨੂੰ ਬੜੇ ਆਰਾਮ ਦੇ ਨਾਲ, ਪਿਆਰ ਦੇ ਨਾਲ, ਬੜੇ ਆਪਣੇ ਜਦੋਂ ਚਾਹੋ ਉਦੋਂ ਦੇਖ ਸਕਦੇ ਹੋ। ਅਤੇ ਉਹਦੇ ਨਾਲ ਨਾਲ ਸ਼ੇਅਰ ਕਰਦੇ ਜਾਣਾ, ਉਹਦੇ ਨਾਲ ਨਾਲ ਲਾਈਕ ਕਰਦੇ ਜਾਣਾ। ਇਹ ਸਭ ਆਪ ਜੀ ਦਾ ਇੱਕ ਪਿਆਰ ਹੋਵੇਗਾ, ਸੱਚਾ ਸੁੱਚਾ ਮੇਰੇ ਨਾਲ, ਔਰ ਆਪਣਾ ਸਾਰਿਆਂ ਦਾ ਪਿਆਰ ਸਤਿਗੁਰ ਰਵਿਦਾਸ ਜੀ ਮਹਾਰਾਜ ਜੀ ਦੇ ਨਾਲ ਹੋਵੇਗਾ, ਸਤਿਗੁਰ ਕਬੀਰ ਸਾਹਿਬ ਜੀ ਦੇ ਨਾਲ ਹੋਵੇਗਾ, ਸਤਿਗੁਰ ਨਾਮਦੇਵ ਜੀ ਦੇ ਨਾਲ ਹੋਵੇਗਾ, ਭਗਵਾਨ ਵਾਲਮੀਕ ਜੀ ਦੇ ਨਾਲ ਹੋਵੇਗਾ, ਸਤਿਗੁਰ ਨਾਨਕ ਸਾਹਿਬ ਜੀ ਦੇ ਨਾਲ ਹੋਵੇਗਾ, ਅਤੇ ਆਦਿ ਸਭ ਹੀ ਮਹਾਂਪੁਰਸ਼ਾਂ ਦੇ ਨਾਲ ਹੋਵੇਗਾ। ਬਾਕੀ ਸਮੇਂ-ਸਮੇਂ 'ਤੇ ਆਪਣੇ ਪੋਲੀਟੀਕਲ ਜਿਹੜੇ ਲੀਡਰ ਹੋਏ ਨੇ, ਜਿਨ੍ਹਾਂ ਨੇ ਆਪਣੀ ਕੌਮ ਦੇ ਲਈ ਕੀਤਾ ਹੈ, ਉਹਨਾਂ ਦੇ ਬਾਰੇ ਵਿੱਚ ਵੀ ਦਾਸ ਸਮੇਂ-ਸਮੇਂ 'ਤੇ ਲੈ ਕੇ ਆਉਂਦਾ ਰਹੇਗਾ। ਚਾਹੇ ਵੀਡੀਓ ਡਾਲ ਦੇਵੇ ਔਰ ਜਾਂ ਕੋਈ ਸ਼ਾਰਟ ਹੋਵੇ ਜਾਂ ਲਾਈਵ ਹੋਵਾਂ, ਔਰ ਉਹਨਾਂ ਦੇ ਬਾਣੀ ਦੇ ਉੱਪਰ, ਉਹਨਾਂ ਦੀ ਕੁਰਬਾਨੀਆਂ ਦੇ ਉੱਪਰ ਆਪਾਂ ਬਿਲਕੁਲ ਗੱਲਬਾਤ ਕਰਦੇ ਰਹਾਂਗੇ। ਹਾਲੇ ਸਟਾਰਟਿੰਗ ਵਿੱਚ ਇਸ ਤਰ੍ਹਾਂ ਹੈ, ਹਾਲੇ 10 ਇਕੱਲਾ ਆਉਂਦਾ ਹੈ। ਹੋ ਸਕਦਾ ਕਿ ਫਿਰ ਆਪਾਂ ਹੌਲੀ-ਹੌਲੀ ਆਪਾਂ ਕਿਸੇ ਨੂੰ ਆਨਲਾਈਨ ਵੀ ਲੈ ਸਕਦੇ ਹਾਂ ਅਤੇ ਫਿਰ ਆਪਾਂ ਵਿਚਾਰ ਸਾਂਝੇ ਕਰ ਸਕਦੇ ਹਾਂ। ਪਰ ਹਮੇਸ਼ਾ ਮੇਰੇ ਪ੍ਰੋਗਰਾਮ ਦਾ ਲੈਵਲ ਸ਼ਾਂਤੀ ਵਾਲਾ, ਬੜੀ ਅਗਰ ਤਰਕ ਵੀ ਕਰਨੀ ਹੈ ਤਾਂ ਉਸ ਦੇ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ, ਸਹਿਜਲਤਾ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਲੈ ਵੀ ਮੈਨੂੰ ਹੀ ਪਤਾ ਕਿ ਨਹੀਂ, ਇੱਦਾਂ ਨਹੀਂ। ਹਰੇਕ ਚੀਜ਼ ਦਾ ਜਿੰਨਾ ਚਿਰ ਬੰਦੇ ਦੇ ਅੰਦਰ ਐਕਸੈਪਟੈਂਸ ਨਹੀਂ ਆਉਂਦੀ, ਉਸ ਦੇ ਅੰਦਰ ਅਧੀਨਗੀ ਨਹੀਂ ਆਉਂਦੀ, ਉਹਨਾਂ ਚਿਰ ਬੰਦਾ ਉਹ ਫਿਰ ਸਮਝੋ ਕਿ ਨਹੀਂ ਸਹੀ ਬਣ ਪਾਉਂਦਾ। ਤੋ ਆਓ, ਇੱਥੇ ਹੀ ਦਾਸ ਆਪ ਜੀ ਤੋਂ ਇਜਾਜ਼ਤ ਲੈਂਦਾ ਹੈ। ਅਗਰ ਕੋਈ ਗਲਤੀ ਫਲਤੀ ਹੋ ਗਈ ਹੋਵੇ ਤਾਂ ਭੁੱਲ ਚੁੱਕ ਮਾਫ ਕਰਨਾ ਜੀਓ। ਮੈਂ ਦੇਖਦਾ ਹਾਂ ਕਿ ਅਗਰ ਕੋਈ ਸ਼ਬਦ ਆਪਾਂ ਨੂੰ ਮਿਲ ਜਾਵੇ
ਤਾਂ ਬਹੁਤ ਚੰਗਾ ਹੋਵੇਗਾ, ਕਿਉਂਕਿ ਅਸਲ ਵਿੱਚ ਮੇਰੇ ਤੋਂ ਗਲਤੀ ਦੇ ਨਾਲ ਕਾਫੀ ਜਿਹੜੇ ਸਿਲੈਕਟਡ Song ਸਨ ਉਹ ਕੱਟੇ ਗਏ ਨੇ, ਤੇ ਇਸ ਕਰਕੇ ਥੋੜ੍ਹਾ ਜਿਹਾ ਦਿੱਕਤ ਆ ਰਹੀ ਹੈ, ਜਿਸ ਨੂੰ ਹਾਂਜੀ, ਮੇਰੇ ਕੋਲ ਇੱਕ ਸ਼ਬਦ ਹੈ, ਉਸ ਦੇ ਨਾਲ ਮੈਂ ਆਪ ਜੀ ਤੋਂ ਇਜਾਜ਼ਤ ਲੈਂਦਾ ਹਾਂ। ਆਪਾਂ ਬਿਲਕੁਲ ਮਿਲਦੇ ਰਹਾਂਗੇ, ਕੱਲ੍ਹ ਵੀ ਮਿਲਾਂਗੇ। ਤੋ ਬਿਲਕੁਲ ਸ਼ੇਅਰ, ਸਬਸਕ੍ਰਾਈਬ, ਲਾਈਕ ਕਰਦੇ ਜਾਣਾ, ਔਰ ਆਪਾਂ ਅੱਗੇ ਤੋਂ ਅੱਗੇ ਫਿਰ ਮਿਲਦੇ ਰਹਾਂਗੇ। ਆਪ ਸਾਰਿਆਂ ਨੂੰ ਜੈ ਗੁਰਦੇਵ, ਨਮਸਤੇ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ। ਜੀਂਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਸਭ ਹੀ ਆਪਣੇ ਘਰਾਂ ਦੇ ਵਿੱਚ ਖੁਸ਼ ਰਹੋ। ਜੈ ਗੁਰਦੇਵ ਜੀ ਕੀ ਜੈ। ਲਓ ਜੀ, ਇਸ ਸ਼ਬਦ ਦੇ ਨਾਲ ਮੈਂ ਇਜਾਜ਼ਤ ਲੈਂਦਾ ਹਾਂ, ਇਸ ਗੀਤ ਦੇ ਨਾਲ, ਕਿਉਂਕਿ ਠੀਕ ਹੈ ਜੀ। ਬਾਕੀ ਫਿਰ ਸੇ सोहंग। जय गुरुदेव जी की जय। खटोला संतो
ਸਾਥ।